बहुत सारे यूਨੀफॉर्म्ड ऑफिसर्स ਜਿਹੜੇ ਸੀਗੇ IPS ऑफिसर्स ਜਿਹਦੇ ਵਿੱਚ ਸੁਮੇਧ ਸੈਣੀ ਪਰਮਰਾਜ ਉਮਰਾ ਨੰਗਲ ਵਗੈਰਾ ਦਾ ਨਾਮ ਆਉਂਦਾ ਹੈ। ਨਿਹੰਗ ਅਜੀਤ ਸਿੰਘ ਭੂਲਾ ਇਹਨਾਂ ਦਾ ਰਾਈਟ ਹੈਂਡ ਮੈਨ ਸੀ। ਇਨਫੈਕਟ ਉਹਨਾਂ ਨੂੰ ਉਹ ਇੱਕ ਬਰੂਟਲ ਔਰ ਇਲੀਗਲ ਅਥਾਰਟੀ ਔਰ ਸਪੋਰਟ ਦੇਣ ਵਾਲੇ ਇਹੀ ਆਫਿਸਰ ਸੀ। ਸੋ ਇੱਕ ਅਪਰਾਧੀ ਬੇਸਿਕਲੀ ਇੱਕ ਪੁਲਿਸ ਦੀ ਤਾਕਤ ਔਰ ਇੱਕ ਪੁਲਿਸ ਦੀ ਤਾਕਤ ਵਰਤਦਾ ਸੀ, ਮਤਲਬ ਪੁਲਿਸ ਦਾ ਹਿੱਸਾ ਹੀ ਸੀ। ਪੁਲਿਸ ਵਾਲੇ ਆਪ ਅਪਰਾਧੀ ਸੀਗੇ। ਮੈਂ ਇੱਥੇ ਆ ਗੱਲ ਕਹਾਂਗਾ, ਇਟ ਇਜ਼ ਨਾਟ ਕਿ ਨਿਹੰਗ ਅਜੀਤ ਸਿੰਘ ਭੂਲਾ ਵਾਜ਼ ਅ ਕ੍ਰਿਮੀਨਲ। police officers, IPS officers had become criminal. ਜੋ ਅਜੀਤ ਸਿੰਘ ਭੂਲਾ ਔਰ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਹਥਿਆਰ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ, ਉਹਦਾ ਤੁਸੀਂ ਵੇਰਵਾ ਦੇਣ ਲੱਗੇ ਸੀ। ਕਿਹੜੇ ਪੁਲਿਸ ਅਫਸਰਾਂ ਨੇ ਉਸਨੂੰ ਇੱਥੇ ਪਹੁੰਚਾਇਆ? ਨਿਹੰਗ ਅਜੀਤ ਸਿੰਘ ਭੂਲੇ ਦੇ ਫਾਦਰ ਦੀ ਓਬਿਚੁਰੀ ਹੈ। ਇਹਦੇ ਵਿੱਚ ਦੋ ਨਾਮ ਆਉਂਦੇ ਹੈ। ਅਜੀਤ ਸਿੰਘ ਭੂਲਾ ਦਾ ਤਾਂ ਲਿਖਿਆ ਸ਼੍ਰੀ ਸੁਰੇਸ਼ ਅਰੋੜਾ ਐਂਡ ਸ਼੍ਰੀ ਸੁਮੇਧ ਸਿੰਘ ਸੈਣੀ, ਦੋਵੇਂ 82 ਬੈਚ ਦੇ IPS ਆਫਿਸਰਸ ਹੈ, ਜਿਨ੍ਹਾਂ ਦਾ ਓਬਿਚੁਰੀ ਕਾਲਮ ਦੇ ਵਿੱਚ ਨਾਮ ਆਉਂਦਾ ਹੈ ਨਿਹੰਗ ਅਜੀਤ ਸਿੰਘ ਭੂਲੇ ਦੇ ਫਾਦਰ ਦੀ। ਹੁਣ ਭੂਲੇ ਦਾ ਲਿੰਕ ਦੇਖੋ, ਆਹ ਸਭ ਤੋਂ ਇੰਟਰਸਟਿੰਗ ਚੀਜ਼ ਹੈ। ਦਸਤਾਰਬੰਦੀ ਕਿਹਦੀ ਹੋਈ? ਸੁਮੇਧ ਸਿੰਘ ਸੈਣੀ ਦੀ, ਭੂਲੇ ਦੇ ਫਾਦਰ ਦੀ ਡੈਥ ਤੇ। ਮਤਲਬ ਸੁਮੇਧ ਸਿੰਘ ਸੈਣੀ ਵਾਜ਼ ਕੰਸੀਡਰਡ ਐਲਡਰ ਬ੍ਰਦਰ ਆਫ ਨਿਹੰਗ ਅਜੀਤ ਸਿੰਘ ਭੂਲਾ। ਜਿਹੜਾ ਸੁਮੇਧ ਸੈਣੀ ਦੁਨੀਆ ਨੂੰ ਸਵਾਲ ਪੁੱਛਦਾ ਹੈ ਕਿ ਤੂੰ ਵੀ ਗਲਤ, ਮੈਂ ਇਕੱਲਾ ਸਹੀ, ਉਹ ਦਸਤਾਰਬੰਦੀ ਕਰਵਾ ਰਿਹਾ, ਆਪਣੇ ਆਪ ਨੂੰ ਵੱਡਾ ਭਰਾ ਮੰਨ ਰਿਹਾ ਹੈ ਨਿਹੰਗ ਅਜੀਤ ਸਿੰਘ ਭੂਲੇ ਦਾ। ਸੁਮੇਧ ਸੈਣੀ ਦੀ ਸਰਵਾਈਵਲ ਕਾਹਦੇ ਤੇ ਹੈ? ਫੀਅਰ ਸਾਈਕੋਸਿਸ ਕ੍ਰੀਏਟ ਕਰਨ ਤੇ, ਕਿ ਮੇਰੇ ਖਿਲਾਫ ਆਵਾਜ਼ ਉਠਾਉਂਗੇ ਮੈਂ ਐਲੀਮੀਨੇਟ ਕਰਾਂਗਾ। ਜਟਾਨਾ ਫੈਮਿਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਉਸ ਫੈਮਿਲੀ ਨੂੰ, ਉਸ ਮਤਲਬ ਛੋਟੇ ਬੱਚਿਆਂ ਨੂੰ ਵੀ ਕਹਿੰਦੇ ਹੈ ਨਿਹੰਗ ਅਜੀਤ ਸਿੰਘ ਭੂਲੇ ਨੇ। ਲੇਕਿਨ ਨਿਹੰਗ ਅਜੀਤ ਸਿੰਘ ਭੂਲਾ ਵਰਗਿਆਂ ਨੇ ਜੋ ਹਰਕਤਾਂ ਕੀਤੀਆਂ ਔਰ ਉਹਨਾਂ ਤੇ ਕਿਸ ਤਰ੍ਹਾਂ ਇਨਵੈਸਟੀਗੇਸ਼ਨਸ ਦਬੀਆਂ ਗਈਆਂ, ਉਹਦੇ 'ਚ ਇੱਕ ਸੁਮੇਧ ਸਿੰਘ ਸੈਣੀ ਦਾ ਮੇਜਰ ਰੋਲ ਆਉਂਦਾ। ਐਜ਼ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਅਕਾਲੀ ਗਵਰਨਮੈਂਟ ਦੇ ਵਿੱਚ ਸੁਮੇਧ ਸੈਣੀ ਨਿਹੰਗ ਅਜੀਤ ਸਿੰਘ ਭੂਲਾ, ਜੋ ਕਿ ਜੇਲ੍ਹ ਦੇ ਵਿੱਚ ਸੀ, ਇੱਕ ਕਨਵਿਕਟਡ ਕ੍ਰਿਮੀਨਲ ਸੀ, ਉਹਦੀ ਕ੍ਰਿਮੇਸ਼ਨ ਅਟੈਂਡ ਕਰ ਰਿਹਾ। ਸੋ ਮਚ ਫॉर ਸੁਮੇਧ ਸੈਨੀਜ਼ ਅਪਰਾਈਟੀਅਸਨੈਸ। ਸੈਣੀ ਦੀ ਸਪੋਰਟ ਨਾਲ ਇਹ ਬੰਦੇ ਵੱਡੇ ਬਣੇ ਆ, ਸੈਣੀ ਦੇ ਬੰਦੇ ਨਾਲ ਦੇ ਆਫਿਸਰਸ ਦੀ ਸਪੋਰਟ ਨਾਲ ਇਹ ਬੰਦੇ ਬਣੇ। ਜਸਟਿਸ ਝਾਂਜੀ ਵਰਗੇ ਇੱਕ ਸਿਟਿੰਗ ਹਾਈ ਕੋਰਟ ਜੱਜ ਨੂੰ 95 ਦੇ ਵਿੱਚ ਇੰਟੀਮੀਡੇਟ ਕਰਨ ਦੀ ਨਿਹੰਗ ਅਜੀਤ ਸਿੰਘ ਭੂਲੇ ਵਰਗੇ ਦੀ ਔਕਾਤ ਨਹੀਂ ਸੀ। ਉਹ ਤਾਂ ਕਰ ਗਿਆ ਕਿਉਂਕਿ ਸੁਮੇਧ ਸੈਣੀ ਦੀ ਸਪੋਰਟ ਸੀ। ਜੱਜ ਸਾਹਿਬ ਇੱਥੇ ਬੇਸਿਕਲੀ ਇਹ ਕਹਿ ਰਹੇ ਨੇ ਕਿ ਵੀ ਅਜੀਤ ਸਿੰਘ ਭੂਲਾ ਨਿਹੰਗ ਲੈ ਕੇ ਮਤਲਬ ਉਹ ਆਈ ਥਿੰਕ ਨਿਹੰਗਾਂ ਦੇ ਬਾਣੇ ਵਿੱਚ ਗੁੰਡੇ ਲੈ ਕੇ ਆਏ, ਯੂ ਕਾਂਟ ਕਾਲ ਦੈਮ। ਬਿਲਕੁਲ ਆਇਆ ਨਾ। ਅਜੇ ਅੱਗੇ ਰੱਖੋ, ਅਜੇ ਮੈਂ ਹੋਰ ਅੱਗੇ ਪੜ੍ਹਦਾ। ਉਹ ਕਹਿੰਦੇ ਕਿ ਮੈਨੂੰ ਨਾ ਸਿਰਫ ਚੇਂਬਰ ਵਿੱਚ ਰਿਟਰੀਟ ਕਰਨਾ ਪਿਆ, ਜਦੋਂ ਮੈਂ ਚੀਫ ਜਸਟਿਸ ਨਾਲ ਬੈਠਾ ਸੀ ਉਦੋਂ ਵੀ ਇਹੋ ਜਿਹੇ ਇਨਪੁਟਸ ਦਿੱਤੇ ਗਏ। ਜਿਹੜਾ ਸਿਆਸਤਦਾਨ ਲੋਕਾਂ ਵਿੱਚ ਘੁੰਮਦਾ ਹੈਗਾ, ਉਹਨਾਂ ਦੀ ਵੋਟਾਂ ਲੈਂਦਾ, ਉਹ ਵੀ ਜਾਣਦਾ ਸੀਗਾ ਕਿ ਵੀ ਕਿਸ ਬੰਦੇ ਨੂੰ ਮੈਂ ਪ੍ਰਮੋਟ ਕਰ ਰਿਹਾ, ਪੰਜਾਬ ਦੇ ਸਿੱਧੇ ਉੱਤੇ ਬਿਠਾ ਰਿਹਾ। ਇਟ ਇਜ਼ ਨਾਟ ਕਿ ਉਹ ਕਿਸੇ ਦੇ ਲਾਇਲ ਹੋ ਕੇ ਚੱਲਦੇ, ਦੇ ਐਕਟ ਲਾਈਕ ਮਰਸਨਰੀਜ਼, ਭਾੜੇ ਦੇ ਬੇਸਿਕਲੀ। ਹਾਂ ਬਿਲਕੁਲ। ਉਹ ਕਹਿੰਦੇ ਸਾਨੂੰ ਬਚਾ ਲਓ। ਨਾ ਉਹ ਕਿਸੇ ਵੀ ਪਾਰਟੀ ਦੇ ਲਾਇਲਿਸਟ ਨੇ, ਨਾ ਉਹ ਕਿਸੇ CM ਦੇ ਲਾਇਲਿਸਟ ਨੇ, ਪਰ ਉਹ ਹਰ CM ਦੇ ਜਦੋਂ ਤੱਕ ਉਹ ਪਾਵਰ 'ਚ ਫੇਵਰੇਟ ਹੁੰਦੇ ਆ, ਜਦੋਂ ਬੰਦਾ ਪਾਵਰ 'ਚ ਜਾਂਦਾ ਉਹ ਬਣਾ। ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਜਿਹੜੇ ਮੁੰਡੇ ਗੁਰਸਿੱਖ ਹੁੰਦੇ ਸੀ, ਉਹਨਾਂ ਨੂੰ ਫੜਾ ਕੇ ਉਹਨਾਂ ਨੂੰ ਬੁਲਾਉਂਦਾ ਸੀ, ਉਹਨਾਂ ਨੂੰ ਫਿਰ ਆਤੰਕਵਾਦੀ ਲੇਬਲ ਦਿੱਤੇ ਜਾਂਦੇ ਸੀ ਕਿ ਇਨਕਾਊਂਟਰ ਹੋ ਗਿਆ। ਸੋ ਇਹਦੇ ਪੈਸੇ ਦਿੰਦੇ ਸੀ, ਬੇਸਿਕ ਕਾਰਨ ਤਾਂ ਪੈਸਾ ਹੀ ਸੀ। ਹਾਊ ਡੂ ਵੀ ਨੋ ਕਿ ਉਹ ਜਿਹੜੇ ਬੰਦੇ ਹੈਂਡਓਵਰ ਹੋ ਰਹੇ ਸੀ ਉਹ ਐਕਚੁਅਲੀ ਕੋਈ ਟੈਰਰਿਸਟ ਵੀ ਸੀ? ਉਹ ਇਹ ਕੋਈ ਜੇਲ੍ਹ ਰੱਖਣ ਦੀ ਗਲਤੀ ਵੀ ਕਰਦੇ ਸੀ ਕਿ ਉਸ ਟਾਈਮ ਤਾਂ ਕੇਸ ਕੱਟੇ ਗਏ ਵੀ, ਤਾਂ ਕਿ ਵੀ ਜਿਹਦੇ ਕੇਸ ਰਹਿ ਗਏ ਉਹਨੂੰ ਤਾਂ ਟੈਰਰਿਸਟ ਕਹਿਣਾ ਹੀ ਕਹਿਣਾ ਇਹਨਾਂ ਨੇ। ਮੈਮ ਉਹ ਤਾਂ ਹੁਣ ਵੀ ਪੁਲਿਸ ਨੇ ਜੇ ਕਿਸੇ ਨੂੰ ਫੜ ਲਿਆ ਉਹ ਗੈਂਗਸਟਰ ਹੈ। ਮੈਨੂੰ ਦੱਸੋ, ਪੁਲਿਸ ਵਾਲਿਆਂ ਦੇ ਖਿਲਾਫ ਪਬਲਿਕ ਕੰਪਲੇਂਟ ਕਰ ਰਹੀ ਹੈ, ਕਿਹੜਾ ਆਫਿਸਰ ਔਨ ਰਿਕਾਰਡ ਆ ਕੇ ਕਹਿਣ ਨੂੰ ਤਿਆਰ ਹੈ ਕਿ ਜੀ ਮੈਂ ਕਰਾਂਗਾ ਇਨਵੈਸਟੀਗੇਸ਼ਨ, ਆਪਣੇ ਕਲੀਗਸ ਦੇ ਖਿਲਾਫ ਕਰਨ ਨੂੰ ਤਿਆਰ ਹਾਂ, ਔਰ ਇੰਨੀ ਫੇਅਰ ਕਰਾਂਗਾ ਕਿ ਆਈ ਵਿਲ ਕੀਪ ਇਟ ਇਨ ਪਬਲਿਕ ਡੋਮੇਨ, ਜਿਹੜਾ ਮਰਜ਼ੀ ਕੁਐਸਚਨ ਕਰ ਲਵੇ, ਗਲਤੀ ਕਰ ਦੇਵੇ ਮੇਰੀ ਇਨਵੈਸਟੀਗੇਸ਼ਨ ਤੇ, ਆਈ ਸਟੈਂਡ ਬਾਏ। ਬਹੁਤ ਚੈਨਲਸ ਦੇ ਉੱਤੇ ਪੁੱਛਿਆ ਜਾਂਦਾ ਜੀ ਤੁਸੀਂ ਇੰਨੇ ਪੁਲਿਸ ਆਫਿਸਰ ਦੇ ਖਿਲਾਫ ਕੇਸ ਲੜ ਰਹੇ ਹੋ, ਵੇਅਰ ਇਜ਼ ਹੋਪ? ਮੈਂ ਕਹਿੰਦਾ ਜੀ ਮੇਰਾ ਤਾਂ ਉਸ ਰੱਬ ਦੇ ਵਿੱਚ ਫੇਥ ਹੈ। ਔਰ ਇਹ ਸੋਚੋ ਕਿ ਜਿੰਨੇ ਵਿਕਟਿਮਸ ਆ ਕੇ ਜਾਂਦੇ ਆ, ਜਿਹੜੇ ਮੇਰੇ ਕੋਲ ਰੋ ਕੇ ਜਾਂਦੇ ਕਿ ਸਾਡੇ ਨਾਲ ਆ ਹੋਇਆ, ਸਾਡੇ ਨਾਲ ਇੰਨੀ ਤਸ਼ੱਦਦ ਹੋਈ, ਸਾਡੇ ਨਾਲ ਇੰਨਾ ਬੁਰਾ ਹਾਲ ਕੀਤਾ, ਉਹਨਾਂ ਨੇ ਵੀ ਤਾਂ ਉਸੇ ਰੱਬ ਵਿੱਚ ਵਿਸ਼ਵਾਸ ਕੀਤਾ। ਦੁਨੀਆ ਛੱਡ ਜਾਣ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਐਸਾ ਆਇਆ ਹੈ ਜਿਸਨੇ ਸਾਡੇ ਕੁਝ ਜ਼ਖਮਾਂ ਨੂੰ ਫਿਰ ਤੋਂ ਖੁਰੇਦ ਦਿੱਤਾ ਹੈਗਾ। ਉਹ ਜ਼ਖਮ ਐਕਚੁਅਲੀ ਕਦੀ ਭਰੇ ਹੀ ਨਹੀਂ, ਅਸੀਂ ਸਿਰਫ ਉਹਨੂੰ ਕਦੀ ਘਰ ਦੀ ਸ਼ਰਾਬ ਪੀ ਕੇ ਜਾਂ ਨਸ਼ਾ ਖਾ ਕੇ ਜਾਂ ਆਪਣੇ ਆਪ ਨੂੰ ਕਿਤੇ ਹੋਰ ਪਾ ਕੇ ਉਹਨਾਂ ਨੂੰ
ਢੱਕ ਦਿੰਦੇ ਹਾਂ ਕਿਉਂਕਿ ਉਹ ਜ਼ਖਮਾਂ ਨੂੰ ਭਰਨ ਲਈ ਬਹੁਤ ਸਵਾਲ ਹੈ ਜੋ ਸਾਨੂੰ ਅਜੇ ਜਵਾਬ ਮੰਗਦੇ ਹਨ। ਜਿਨ੍ਹਾਂ ਮੁੱਦਿਆਂ ਤੇ ਉਹ ਲੜਾਈਆਂ ਸ਼ੁਰੂ ਹੋਈਆਂ ਸੀ, SYL ਕਹਿ ਲਓ, ਪੰਜਾਬ ਦੀ ਰਾਜਧਾਨੀ ਕਹਿ ਲਓ, ਭਾਸ਼ਾ ਨੂੰ ਜੋ ਅਸੀਂ ਮਾਨਤਾ ਮੰਗਦੇ ਹਾਂ, ਉਹ ਅੱਜ ਪੂਰੇ ਨਹੀਂ ਹੋਏ। ਜਿਹੜੇ ਸਾਡੇ ਵਰਗੇ ਕੁਝ ਦਿਮਾਗ ਨੇ ਜੋ ਦੋਨੋਂ ਪਾਸੇ ਦੇਖਦੇ, ਉਹ ਦੇਖਣਾ ਚਾਹੁੰਦੇ ਕਿ ਜਿਨ੍ਹਾਂ ਹੱਥਾਂ ਨੇ ਬੰਦੂਕਾਂ ਪਕੜੀਆਂ ਜੋ ਕਿ ਗੈਰ ਕਾਨੂੰਨੀ ਬੰਦੂਕਾਂ ਸੀ, ਉਹਨਾਂ ਬੰਦੂਕਾਂ ਤੋਂ ਵੀ, ਜਿਵੇਂ ਅਸੀਂ ਸਪੋਕਸਮੈਨ ਟੀਵੀ ਤੁਹਾਨੂੰ ਕੱਲ ਵੀ ਦਿਖਾਇਆ ਕਿ ਜਿਹੜੇ SYL ਦੇ ਚੀਫ ਇੰਜੀਨੀਅਰ ਮਾਰੇ ਗਏ, ਉਹਨਾਂ ਦੇ ਪਰਿਵਾਰ ਨੇ ਕੀ ਝੱਲਿਆ। ਪਰ ਜਦ ਭਾਈ ਬਲਵਿੰਦਰ ਸਿੰਘ ਚਟਾਨਾ ਬਾਰੇ ਗੱਲ ਕਰਦੇ ਹਾਂ, ਜੋ ਉਹਨਾਂ ਨੇ ਝੱਲਿਆ ਔਰ ਜਿਸ ਕਾਰਨ ਉਹਨਾਂ ਨੇ ਝੱਲਿਆ, ਉਹ ਸ਼ਾਇਦ ਅਨਿਆਏ ਤੋਂ ਵੀ ਵੱਧ ਕੇ ਸੀ, ਕਿਉਂਕਿ ਜਿਨ੍ਹਾਂ ਨੇ ਉਹਨਾਂ ਤੇ ਇਹ ਸਭ ਝੱਲਿਆ, ਉਹਨਾਂ ਹੱਥਾਂ ਵਿੱਚ ਵਰਦੀ ਦੀ ਤਾਕਤ ਸੀ ਔਰ ਉਸ ਤਾਕਤ ਨੂੰ ਇੱਕ ਹੈਵਾਨੀਅਤ ਨਾਲ ਇਸਤੇਮਾਲ ਕੀਤਾ ਗਿਆ। ਇਸ ਤੇ ਹੋਰ ਨਜ਼ਰ ਪਾਉਣ ਲਈ ਅੱਜ ਮੇਰੇ ਨਾਲ ਐਡਵੋਕੇਟ ਪ੍ਰਦੀਪ ਵਿਰਕ ਨੇ। ਪ੍ਰਦੀਪ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮੈਮ, ਤੁਹਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਹੁਣ SYL ਆਇਆ ਤੇ ਸਾਰੇ ਅੱਜ ਲੱਭ ਰਹੇ ਨੇ ਕਿ ਭਾਈ ਬਲਵਿੰਦਰ ਸਿੰਘ ਚਟਾਨਾ ਕੌਣ ਸੀ, ਔਰ ਜਦ ਉਹਨਾਂ ਦੀ ਦਰਦਨਾਕ, ਉਹਨਾਂ ਦੇ ਪਰਿਵਾਰ ਤੇ ਜੋ ਬੀਤਦੀ ਹੈ, ਖਾਸ ਕਰਕੇ ਜੋ ਉਹਨਾਂ ਦੇ ਬੱਚਿਆਂ ਦੇ ਘਰ ਤੇ ਬੀਤਦੀ ਹੈ, ਉਹ ਕਹਾਣੀ ਸੁਣਦੇ ਹਾਂ ਤੇ ਇੱਕ ਨਾਮ ਉੱਠ ਕੇ ਆਉਂਦਾ ਹੈ, ਅਜੀਤ ਸਿੰਘ ਫੂਲਾ। ਉਹ ਤੇ ਥੋੜੀ ਜਿਹੀ ਨਜ਼ਰ ਪਾਓ ਅੱਜ। ਮੈਮ, ਜਦੋਂ ਵੀ ਮੈਂ ਅਜੀਤ ਸਿੰਘ ਫੂਲੇ ਦੀ ਰੈਫਰੈਂਸ ਕਿਤੇ ਵੀ ਦਿੱਤੀ ਹੈ, ਮੇਰੇ ਬਹੁਤ ਸਾਰੇ ਇੰਟਰਵਿਊਜ਼, ਬਹੁਤ ਸਾਰੇ ਕੇਸਿਸ ਦੇ ਵਿੱਚ, ਕੋਰਟਸ ਦੇ ਸਾਹਮਣੇ ਵੀ ਮੈਂ ਇਹ ਨਾਂ ਬਹੁਤ ਕਾਮਨਲੀ ਲਿਆ ਹੈ। ਬਿਕੋਜ਼ ਤੁਸੀਂ ਵੇਖੋਗੇ ਬਹੁਤ ਸਾਰੇ ਯੂਨੀਫਾਰਮਡ ਆਫਿਸਰਸ ਜਿਹੜੇ ਸੀਗੇ, IPS ਆਫਿਸਰਸ, ਜਿਹਦੇ ਵਿੱਚ ਸੁਮੇਧ ਸੈਣੀ, ਪਰਮਰਾਜ ਉਮਰਾ ਨੰਗਲ ਵਗੈਰਾ ਦਾ ਨਾਮ ਆਉਂਦਾ ਹੈ। ਨਿਹੰਗ ਅਜੀਤ ਸਿੰਘ ਫੂਲਾ ਇਹਨਾਂ ਦਾ ਰਾਈਟ ਹੈਂਡ ਮੈਨ ਸੀ। ਇਨਫੈਕਟ ਫੂਲਾ ਨੂੰ ਉਹ ਇੱਕ ਬਰੂਟਲ ਔਰ ਇਲੀਗਲ ਅਥਾਰਟੀ ਔਰ ਸਪੋਰਟ ਦੇਣ ਵਾਲੇ ਇਹੀ ਆਫਿਸਰਸ ਸੀ। ਜੇ ਮੈਂ ਹੁਣ ਤੁਹਾਨੂੰ ਕੁਝ ਡਾਕੂਮੈਂਟਰੀ ਚੀਜ਼ਾਂ ਤੋਂ ਮੈਂ ਸ਼ੁਰੂ ਕਰਦਾ ਜੀ, ਫੂਲਾ ਤੇ ਆਈਏ। ਫੂਲਾ ਆਪ ਇੱਕ ਅਪਰਾਧੀ ਸੀ ਔਰ ਅਪਰਾਧੀ ਨੂੰ ਇੰਨੇ ਵੱਡੇ ਅਫਸਰਾਂ ਨੇ ਇਸਤੇਮਾਲ ਕੀਤਾ। ਮੈਮ, ਨਾ ਸਿਰਫ ਇਸਤੇਮਾਲ ਕੀਤਾ, ਮੈਂ ਉਹਨੂੰ ਉਸ ਹੱਦ ਤੱਕ ਲੈ ਕੇ ਗਏ ਕਿ ਉਹ ਇੰਨਾ ਵੱਡਾ ਕ੍ਰਿਮੀਨਲ ਬਣਿਆ। ਇੱਕ ਇਨਸਾਨ ਜੇ ਛੋਟਾ ਕ੍ਰਾਈਮ ਕਰ ਰਿਹਾ, ਉਹਨੂੰ ਉਹਦੀ ਸਜ਼ਾ ਮਿਲ ਜਾਂਦੀ ਹੈ ਟਾਈਮਲੀ, ਉਹ ਵੱਡਾ ਅਪਰਾਧੀ ਨਹੀਂ ਬਣਦਾ। ਉਹਨੇ ਇੱਕ ਕ੍ਰਾਈਮ ਕੀਤਾ, ਉਹਨੂੰ ਪ੍ਰੋਟੈਕਸ਼ਨ ਮਿਲੀ, ਉਹਨੇ ਹੋਰ ਵੱਡੇ ਇਹਨਾਂ ਦੇ ਲਈ ਕੀਤੇ। ਸੋ ਹੀ ਵਾਜ਼ ਇੰਡਿਸਪੈਂਸੇਬਲ। ਇਹਨਾਂ ਨੂੰ ਉਹਦੀ ਇੰਨੀ ਲੋੜ ਸੀ ਕਿ ਉਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਸੋ ਇੱਕ ਅਪਰਾਧੀ ਬੇਸਿਕਲੀ ਇੱਕ ਪੁਲਿਸ ਦੀ ਤਾਕਤ ਔਰ ਇੱਕ ਪੁਲਿਸ ਦੀ ਤਾਕਤ ਵਰਤਦਾ ਸੀ, ਮਤਲਬ ਪੁਲਿਸ ਦਾ ਹਿੱਸਾ ਹੀ ਸੀ। ਪੁਲਿਸ ਵਾਲੇ ਆਪ ਅਪਰਾਧੀ ਸੀਗੇ। ਮੈਂ ਇੱਥੇ ਆ ਗੱਲ ਕਵਾਂਗਾ, ਇਟ ਇਜ਼ ਨਾਟ ਕਿ ਨਿਹੰਗ ਅਜੀਤ ਸਿੰਘ ਫੂਲਾ ਵਾਜ਼ ਅ ਕ੍ਰਿਮੀਨਲ। ਪੁਲਿਸ ਆਫਿਸਰਸ, IPS ਆਫਿਸਰਸ ਹੈਡ ਬਿਕਮ ਕ੍ਰਿਮੀਨਲਸ। ਅੱਜ ਵੀ ਤੁਸੀਂ ਦੇਖੋ, ਜਿਹੜਾ ਮੈਂ ਇਹ ਮੁੱਦੇ ਤੁਹਾਡੇ ਸਾਹਮਣੇ ਜਿਹੜੀ ਚੀਜ਼ਾਂ ਰੱਖਾਂਗਾ, ਹੁਣ ਅੱਜ ਦੀ ਪੰਜਾਬ ਦੀ ਤੁਸੀਂ ਸਰਕਾਰ ਲੈ ਲਓ, ਇਹਨਾਂ ਨੇ ਗੱਲਾਂ ਬਹੁਤ ਕੀਤੀਆਂ ਰਿਫਾਰਮਸ ਦੀਆਂ ਤੇ ਸਾਰੀਆਂ ਚੀਜ਼ਾਂ। ਇਹਨਾਂ ਨੇ ਕਿਸੇ ਵੀ ਸਟੇਜ ਤੇ ਕਿਸੇ ਪੁਲਿਸ ਵਾਲੇ ਦੇ ਖਿਲਾਫ ਕੋਈ ਐਕਸ਼ਨ ਸ਼ੁਰੂ ਕੀਤਾ? ਕਿਉਂ ਨਹੀਂ ਕੀਤਾ? ਪਬਲਿਕ ਕਿਹਦੇ ਤੋਂ ਦੁਖੀ ਹੈ? ਪਬਲਿਕ ਅੱਜ ਇਸ ਪੁਆਇੰਟ ਤੋਂ ਸਭ ਤੋਂ ਵੱਧ ਦੁਖੀ ਹੈ ਕਿ ਸਾਡੀ ਸਭ ਤੋਂ ਜ਼ਿਆਦਾ ਡੀਲਿੰਗ ਪੁਲਿਸ ਨਾਲ ਹੁੰਦੀ ਹੈ। ਤੁਸੀਂ ਪੁਲਿਸ ਨੂੰ ਰਿਫਾਰਮ ਕਰਦੇ ਹੋ। ਅੱਜ ਸੁਪਰੀਮ ਕੋਰਟ ਵੀ DGP ਦੀ ਅਪਾਇੰਟਮੈਂਟ ਤੇ ਪ੍ਰਕਾਸ਼ ਸਿੰਘ ਜਜਮੈਂਟ ਦੇ ਵਿੱਚ ਪੁਲਿਸ ਰਿਫਾਰਮਸ ਦੀ ਗੱਲ ਕਰ ਰਹੀ ਹੈ। ਇੱਕ ਸਟੱਡੀ ਹੋਈ ਸੀ ਆਈ ਥਿੰਕ 2-3 ਸਾਲ ਵੀ, ਸਾਰੇ ਸੂਬਿਆਂ ਭਾਰਤ ਸਾਲ ਤੋਂ ਵੱਧ ਜਿਹੜੇ ਆਮ ਲੋਕ ਪੁਲਿਸ ਤੋਂ ਡਰਦੇ, ਉਹ ਪੰਜਾਬ ਵਿੱਚ ਡਰਦੇ ਨੇ। ਮੈਮ, ਜਿਹੜੀ ਪੁਲਿਸ ਨੇ ਪ੍ਰੋਟੈਕਟਰ ਬਣਨਾ ਹੈ ਪਬਲਿਕ ਦਾ, ਦੇਖੋ ਸਾਨੂੰ ਬਜਾਏ ਦੇ ਅਸੀਂ ਸੇਫ ਫੀਲ ਕਰੀਏ, ਅਸੀਂ ਕਹੀਏ ਕਿ ਥੈਂਕ ਗੋਡ ਪੁਲਿਸ ਆ ਗਈ, ਅਸੀਂ ਬਚ ਗਏ। ਅਸੀਂ ਕਹਿੰਦੇ ਪੁਲਿਸ ਆ ਗਈ, ਓਹੋ ਮਰ ਗਏ। ਉਹ ਜਿਉਂਦਾ ਬੰਦਾ ਵੀ ਅੱਧਾ ਮਰਿਆ ਵੀ ਕਹਿੰਦਾ ਯਾਰ ਹੁਣ ਤਾਂ ਪੂਰਾ ਮਰ ਗਿਆ। ਸੋ ਉਹ ਰੈਪੂਟੇਸ਼ਨ ਲੈ ਕੇ ਯੂਨੀਫਾਰਮ ਪਾਉਣ ਵਾਲਾ ਬੰਦਾ ਯੂਨੀਫਾਰਮਡ ਆਫਿਸਰ ਹੈ ਕਿ ਕ੍ਰਿਮੀਨਲ ਹੈ? ਮੈਂ ਇੱਕ ਆਮ ਆਦਮੀ ਪਾਰਟੀ ਗਵਰਨਮੈਂਟ ਨੂੰ ਹੀ ਪੁੱਛਣਾ ਚਾਹਾਂਗਾ, ਵਾਈ ਸ਼ੁੱਡ ਦੇ ਨਾਟ ਹੈਵ ਅ ਪੋਰਟਲ? ਇੱਕ ਪੋਰਟਲ ਕਿਉਂ ਨਹੀਂ ਕ੍ਰੀਏਟ ਕਰਦੇ ਜਿੱਥੇ ਕਿਸੇ ਵੀ ਪੁਲਿਸ ਆਫਿਸਰ ਦੇ ਖਿਲਾਫ, ਸਪੈਸ਼ਲੀ ਜਿਹੜੇ ਸੀਨੀਅਰ IPS ਆਫਿਸਰਸ ਨੇ, ਕੋਈ ਵੀ ਇਨਸਾਨ ਐਫੀਡੇਵਿਟ ਨਾਲ ਜਿਹੜੀ ਕੰਪਲੇਂਟ ਫਾਈਲ ਕਰਦਾ ਹੈ, ਉਹ ਆਟੋਮੈਟਿਕਲੀ ਅਪਲੋਡ ਹੋਵੇ, ਉਹਦੇ ਉੱਤੇ ਜੋ ਪ੍ਰੋਸੀਡਿੰਗਸ ਹੁੰਦੀਆਂ ਪਬਲਿਕ ਹੋਣ ਔਰ ਉਹਦੀ ਆਊਟਕਮ ਪਬਲਿਕ ਹੋਵੇ, ਅਵੇਲੇਬਲ ਫॉर एवरीबॉडी। ਹੁਣ ਜੇ ਸਿਆਸਤਦਾਨਾਂ ਦਾ ਸ਼ੁਰੂ ਹੋ ਗਿਆ ਤਾਂ ਆਈ ਥਿੰਕ ਇਹ ਵੀ ਸ਼ੁਰੂ ਹੋਣਾ। ਬਟ ਕਮਿੰਗ ਬੈਕ ਟੂ ਜਿਹੜੇ ਸੀ ਮੁੱਦੇ ਤੇ ਅਸੀਂ ਆਏ ਆ, ਜੋ ਅਜੀਤ ਸਿੰਘ ਫੂਲਾ ਔਰ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਹਥਿਆਰ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ, ਉਹਦਾ ਤੁਸੀਂ ਵੇਰਵਾ ਦੇਣ ਲੱਗੇ ਸੀ। ਕਿਹੜੇ ਪੁਲਿਸ ਅਫਸਰਾਂ ਨੇ ਉਸ ਨੂੰ ਇੱਥੇ ਪਹੁੰਚਾਇਆ? ਜੀ ਮੈਮ, ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਪਹਿਲੇ ਪੁਆਇੰਟ ਤੋਂ ਕਿ ਫੂਲਾ ਐਜ਼ ਅ ਕ੍ਰਿਮੀਨਲ, ਸ਼ੁਰੂਆਤ ਦੇ ਵਿੱਚ ਉਹ ਕਿੰਨਾ ਕੁ ਵੱਡਾ ਕ੍ਰਿਮੀਨਲ ਸੀ ਔਰ ਫਾਈਨਲੀ ਉਹ ਕਿਸ ਹੱਦ ਤੱਕ ਚਲਾ ਗਿਆ ਕਿ ਉਹ ਇਹਨਾਂ ਦੇ ਲਈ ਇੱਕ ਨੈਸੈਸਿਟੀ, ਇੱਕ ਇੰਡਿਸਪੈਂਸੇਬਲ ਬੰਦਾ ਬਣ ਗਿਆ ਸੀ। ਉਹ ਪੂਰੀ ਚੀਜ਼ ਲੈਂਦੇ ਹਾਂ। ਸਟਾਰਟਿੰਗ ਫਰੋਮ ਸੁਮੇਧ ਸਿੰਘ ਸੈਣੀ। ਆਹ ਪਹਿਲੀ ਫੋਟੋਗ੍ਰਾਫ
ਤੁਸੀਂ ਦੇਖੋਗੇ ਅਖਬਾਰ ਦੇ ਵਿੱਚ ਨਿਹੰਗ ਅਜੀਤ ਸਿੰਘ ਭੁੱਲੇ ਦੇ ਫਾਦਰ ਦੀ ਓਬਿਚੁਰੀ ਹੈ। ਇਹਦੇ ਵਿੱਚ ਦੋ ਨਾਂ ਆਉਂਦੇ ਹੈ। ਅਜੀਤ ਸਿੰਘ ਭੁੱਲਾ ਦਾ ਤਾਂ ਲਿਖਿਆ ਸ਼੍ਰੀ ਸੁਰੇਸ਼ ਅਰੋੜਾ ਐਂਡ ਸ਼੍ਰੀ ਸੁਮੇਧ ਸਿੰਘ ਸੈਣੀ, ਦੋਵੇਂ 82 ਬੈਚ ਦੇ IPS ਆਫਿਸਰਸ ਹੈ ਜਿਨ੍ਹਾਂ ਦਾ ਓਬਿਚੁਰੀ ਕਾਲਮ ਦੇ ਵਿੱਚ ਨਾਂ ਆਉਂਦਾ ਹੈ ਨਿਹੰਗ ਅਜੀਤ ਸਿੰਘ ਭੁੱਲੇ ਦੇ ਫਾਦਰ ਦੀ ਡੈਥ। ਹੁਣ ਸਾਰੇ ਇਹ ਵੀ ਪਤਾ ਨਹੀਂ ਜਿਹੜਾ ਫੂਲਾ ਹੈ ਉਹਦੇ ਉੱਤੇ ਅੱਗੇ ਬਾਬਾ ਲਿਖਿਆ ਹੋਇਆ ਹੈ ਜੀ, ਸੋ ਮਤਲਬ ਉਹਨਾਂ ਇਹਨਾਂ ਦਾ ਆਪਣਾ ਕੋਈ ਡੇਰਾ ਸੀ, ਉਹ ਡੇਰਾ ਰਨ ਕਰ ਰਹੇ ਸੀ। ਸੋ ਡੇਰੇ ਵਾਲਿਆਂ ਦਾ ਹੁਣ ਇਹਦੇ ਕੰਟੀਨਿਊਟੀ 'ਚ ਹੀ ਦੱਸਦਾ, ਜਦੋਂ ਵੀ ਸਾਡੇ ਦਸਤਾਰਬੰਦੀ ਕੀਤੀ ਜਾਂਦੀ ਹੈ ਉਹ ਸਭ ਤੋਂ ਵੱਡਾ ਜਿਹੜਾ ਜਿਹਨੂੰ ਬੇਟਾ ਮੰਨਦੇ ਆ ਉਹਦੀ ਦਸਤਾਰਬੰਦੀ ਹੁੰਦੀ ਹੈ। ਸੋ ਜੇ ਨਿਹੰਗ ਅਜੀਤ ਸਿੰਘ ਭੁੱਲਾ ਦੇ ਫਾਦਰ ਦੀ ਡੈਥ ਹੋਈ ਹੈ ਸੋ ਦਸਤਾਰਬੰਦੀ ਭੁੱਲੇ ਦੀ ਹੋਣੀ ਚਾਹੀਦੀ ਸੀ। ਹੁਣ ਭੁੱਲੇ ਦਾ ਲਿੰਕ ਦੇਖੋ, ਆਹ ਸਭ ਤੋਂ ਇੰਟਰਸਟਿੰਗ ਚੀਜ਼ ਹੈ। ਦਸਤਾਰਬੰਦੀ ਕਿਹਦੀ ਹੋਈ? ਸੁਮੇਧ ਸਿੰਘ ਸੈਣੀ ਦੀ, ਭੁੱਲੇ ਦੇ ਫਾਦਰ ਦੀ ਡੈਥ ਤੇ। ਮਤਲਬ ਸੁਮੇਧ ਸਿੰਘ ਸੈਣੀ ਵਾਸ ਕੰਸੀਡਰਡ ਐਲਡਰ ਬ੍ਰਦਰ ਆਫ ਨਿਹੰਗ ਅਜੀਤ ਸਿੰਘ ਭੁੱਲਾ। ਹੁਣ ਇਹ ਪ੍ਰੈਸ ਚਾਹੀਏ ਚੀਜ਼। ਜੇ ਤੁਸੀਂ ਇਸ ਚੀਜ਼ ਨੂੰ ਦੇਖੋ ਤੇ ਮੈਨੂੰ ਸਿਰਫ ਇੱਕ ਗੱਲ ਸਮਝਾਓ, ਤੁਸੀਂ ਕਹਿ ਰਹੇ ਹੋ ਕਿ ਉਹ ਕ੍ਰਿਮੀਨਲ ਸੀ, ਸੁਮੇਧ ਸੈਣੀ ਕੀ ਸੀ ਫਿਰ? ਆਈ ਕਾਂਟ ਕਾਲ ਹਿਮ ਅ ਪੁਲਿਸ ਆਫਿਸਰ। ਜਿਹੜਾ ਸੁਮੇਧ ਸੈਣੀ ਦੁਨੀਆ ਨੂੰ ਸਵਾਲ ਪੁੱਛਦਾ ਹੈ ਕਿ ਤੂੰ ਵੀ ਗਲਤ ਮੈਂ ਇਕੱਲਾ ਸਹੀ, ਉਹ ਦਸਤਾਰਬੰਦੀ ਕਰਵਾ ਰਿਹਾ, ਆਪਣੇ ਆਪ ਨੂੰ ਵੱਡਾ ਭਰਾ ਮੰਨ ਰਿਹਾ ਹੈ ਨਿਹੰਗ ਅਜੀਤ ਸਿੰਘ ਭੁੱਲੇ ਦਾ। ਹੁਣ ਉਹ ਕਿਉਂ ਮੰਨ ਰਿਹਾ ਹੈ? ਭੁੱਲਾ ਉਹਦੇ ਲਈ ਕਿਉਂ ਇੱਕ ਭਰਾ ਸੀ? ਅਸੀਂ ਉਹਦੇ ਤੇ ਜਾਣਿਆ। ਜਿਹੜਾ ਸੁਮੇਧ ਸੈਣੀ ਹੈ ਨਾ ਅਪਰਾਈਟ ਹੈ। ਹੁਣ ਨਿਹੰਗ ਅਜੀਤ ਸਿੰਘ ਭੁੱਲਾ ਜੇਲ੍ਹ 'ਚ ਤਾਂ ਸੀ ਜਦੋਂ ਮਰਿਆ, ਇਹ ਤਾਂ ਸਾਰੇ ਜਾਣਦੇ ਆ। ਸੁਮੇਧ ਸੈਣੀ ਦਿੱਲੀ ਇੱਕ ਟ੍ਰਾਇਲ ਫੇਸ ਕਰ ਰਿਹਾ 1994 ਦੇ ਵਿੱਚ ਇੱਕ ਇਨੋਸੈਂਟ ਫੈਮਿਲੀ ਨੂੰ ਐਲੀਮੀਨੇਟ ਕਰਨ ਦੇ ਲਈ। ਉਹ ਕੇਸ ਪੰਜਾਬ ਪੁਲਿਸ ਨੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਉਹ ਫੈਮਿਲੀ ਕ੍ਰਿਮੀਨਲਸ ਦੀ ਸੀ। ਜਦੋਂ ਕੋਰਟ ਨੇ ਉਹ ਕੇਸ CBI ਨੂੰ ਟ੍ਰਾਂਸਫਰ ਕੀਤਾ ਤੇ CBI ਨੇ ਫਾਈਂਡਿੰਗ ਦਿੱਤੀ ਕਿ ਸੁਮੇਧ ਸੈਣੀ ਨੇ ਪਰਸਨਲ ਰੰਜਿਸ਼ ਕਰਕੇ ਉਹ ਫੈਮਿਲੀ ਨੂੰ ਐਲੀਮੀਨੇਟ ਕੀਤਾ ਹੈ। ਬੜੀ ਕੰਟਰਾਡਿਕਟਰੀ ਚੀਜ਼ ਆਈ। ਹੁਣ ਉਸ ਕੇਸ ਦੇ ਵਿੱਚ ਸੁਮੇਧ ਸੈਣੀ ਟ੍ਰਾਇਲ ਫੇਸ ਕਰ ਰਿਹਾ। ਸੁਮੇਧ ਸੈਣੀ ਦੀ ਸਰਵਾਈਵਲ ਕਾਹਦੇ ਤੇ ਹੈ? ਫੀਅਰ ਸਾਈਕੋਸਿਸ ਕ੍ਰੀਏਟ ਕਰਨ ਤੇ, ਕਿ ਮੇਰੇ ਖਿਲਾਫ ਆਵਾਜ਼ ਉਠਾਉਂਗੇ ਮੈਂ ਐਲੀਮੀਨੇਟ ਕਰ ਦਿਆਂਗਾ। ਜਟਾਨਾ ਫੈਮਿਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਉਸ ਫੈਮਿਲੀ ਨੂੰ, ਉਸ ਮਤਲਬ ਛੋਟੇ ਬੱਚਿਆਂ ਨੂੰ ਵੀ ਕਹਿੰਦੇ ਹੈ ਨਿਹੰਗ ਅਜੀਤ ਸਿੰਘ ਭੁੱਲੇ ਨੇ ਮਾਰਤਾ। ਨਾਓ ਇਹ ਜੋ ਸਕਾਲ ਦਾ ਸਬੂਤ ਆਂਦਾ ਹੈ ਪਿੰਕੀ ਜੋ ਹੈਗੀ ਹੈ ਉਹਨਾਂ, ਬਿਕੋਜ਼ ਇਹ ਪਿੰਕੀ ਦੀ ਗੱਲ ਤੋਂ ਨਹੀਂ ਆਉਂਦਾ। ਪਿੰਕੀ ਕਿਤੇ ਕੁਝ ਕਹਿ ਦਿੰਦਾ ਹੈ, ਕਿਤੇ ਕੁਝ ਕਹਿ ਦਿੰਦਾ ਹੈ, ਲੇਕਿਨ ਨਿਹੰਗ ਅਜੀਤ ਸਿੰਘ ਭੁੱਲਾ ਵਰਗਿਆਂ ਨੇ ਜੋ ਹਰਕਤਾਂ ਕੀਤੀਆਂ ਔਰ ਉਹਨਾਂ ਤੇ ਕਿਸ ਤਰ੍ਹਾਂ ਇਨਵੈਸਟੀਗੇਸ਼ਨਸ ਦਬੀਆਂ ਗਈਆਂ, ਉਹਦੇ 'ਚ ਇੱਕ ਸੁਮੇਧ ਸਿੰਘ ਸੈਣੀ ਦਾ ਮੇਜਰ ਰੋਲ ਆਉਂਦਾ ਹੈ। ਇਹ ਮੁਲਤਾਨੀ ਕੇਸ ਵੇਲੇ ਜਦੋਂ ਅਸੀਂ ਡਿਗ ਆਊਟ ਕੀਤੀਆਂ ਚੀਜ਼ਾਂ ਕਿ ਸੁਮੇਧ ਸੈਣੀ ਦਾ ਕਿੱਥੇ ਲਿੰਕ ਆਉਂਦਾ ਹੈ, ਉਹਦੇ ਵਿੱਚ ਭੁੱਲੇ ਦਾ ਵੀ ਲਿੰਕ ਆਉਂਦਾ ਹੈ। ਹੁਣ ਕਿ ਜਟਾਨਾ ਨੂੰ ਮਾਰਨ ਦੇ ਵਿੱਚ, ਭੁੱਲਾ ਨਿਹੰਗ ਉਹਦੀ ਫੈਮਿਲੀ ਨੂੰ ਐਲੀਮੀਨੇਟ ਕਰਨ ਦੇ ਵਿੱਚ, ਦੇਖੋ ਤੁਸੀਂ ਇਹ ਕਹਿ ਸਕਦੇ ਹੋ ਜੀ ਇੱਕ ਫੈਮਿਲੀ ਮੈਂਬਰ ਗਲਤ ਚਲਾ ਗਿਆ, ਬਟ ਕੈਨ ਯੂ ਸੇ ਕਿ 3 ਸਾਲ ਦਾ ਜਾਂ 5 ਸਾਲ ਦਾ ਬੱਚਾ ਵੀ ਕਸੂਰਵਾਰ ਸੀ? ਉਹਨੇ ਹਥਿਆਰ ਚੁੱਕੇ ਸੀ, ਘਰ ਦੀਆਂ ਲੇਡੀਜ਼ ਨੇ ਕੁਝ ਕੀਤਾ ਸੀ? ਨਹੀਂ। ਦਿਸ ਇਜ਼ ਦਹਿਸ਼ਤ, ਕੋਲਡ ਬਲੱਡਡ ਮਰਡਰ। ਦਹਿਸ਼ਤ ਮਤਲਬ ਉਸ ਟਾਈਮ ਜੋ ਦਹਿਸ਼ਤ ਇਹਨਾਂ ਦੀ ਫੈਲਾਈ ਸੀ, ਤਦ ਅੱਜ ਤੱਕ ਉਹ ਦਹਿਸ਼ਤ ਜਾਂਦੀ ਨਹੀਂ, ਕਿਉਂਕਿ ਸੁਮੇਧ ਸੈਣੀ ਨੂੰ ਸੀ ਕਿ ਸ਼ਾਇਦ ਉਹਦੇ ਤੇ ਹੋਏ ਬਲਾਸਟ ਦੇ ਵਿੱਚ ਜਟਾਨਾ ਦਾ ਰੋਲ ਹੈ। ਸੋ ਨਿਹੰਗ ਅਜੀਤ ਸੁਮੇਧ ਸੈਣੀ ਨੇ ਜੇ ਡਾਇਰੈਕਟਲੀ ਨਹੀਂ ਕਰ ਸਕਦਾ ਸੀ, ਨਿਹੰਗ ਅਜੀਤ ਸਿੰਘ ਭੁੱਲਾ ਦੇ ਥਰੂ ਕਰਾਤਾ। ਹੁਣ ਭੁੱਲਾ ਨੇ ਸੁਮੇਧ ਸੈਣੀ ਲਈ ਕੀ ਕੀਤਾ ਹੈ, ਮੈਂ ਹੁਣ ਤੁਹਾਨੂੰ ਉਹ ਚੀਜ਼ਾਂ ਦਿਖਾਉਣਾ। ਸੁਮੇਧ ਸੈਣੀ ਦਿੱਲੀ ਟ੍ਰਾਇਲ ਦੇ ਵਿੱਚ ਐਗਜ਼ੈਂਪਸ਼ਨ ਲੈਂਦਾ ਹੈ ਲਗਾਤਾਰ, ਇਹ ਕਹਿ ਕੇ ਕਿ ਜੀ ਉਹਨੂੰ ਇੰਨਾ ਖਤਰਾ ਹੈ ਉਹ ਟ੍ਰਾਇਲ ਨਹੀਂ ਫੇਸ ਕਰ ਸਕਦਾ। ਨਿਹੰਗ ਅਜੀਤ ਸਿੰਘ ਭੁੱਲਾ ਜਦੋਂ ਜੇਲ੍ਹ 'ਚ ਹੈ, ਮਰ ਜਾਂਦਾ ਜੇਲ੍ਹ 'ਚ, ਸੁਮੇਧ ਸੈਣੀ ਉਹਦੀ ਕ੍ਰਿਮੇਸ਼ਨ ਅਟੈਂਡ ਕਰਦਾ ਹੈ। ਇਹ ਤੁਸੀਂ ਗੂਗਲ ਤੇ ਸਰਚ ਕਰੋ, ਇਹ ਫੋਟੋਗ੍ਰਾਫ ਆ ਜਾਊਗੀ। ਐਜ਼ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਅਕਾਲੀ ਗਵਰਨਮੈਂਟ ਦੇ ਵਿੱਚ ਸੁਮੇਧ ਸੈਣੀ ਨਿਹੰਗ ਅਜੀਤ ਸਿੰਘ ਭੁੱਲਾ ਜੋ ਕਿ ਜੇਲ੍ਹ ਦੇ ਵਿੱਚ ਸੀ, ਇੱਕ ਕਨਵਿਕਟਡ ਕ੍ਰਿਮੀਨਲ ਸੀ, ਉਹਦੀ ਕ੍ਰਿਮੇਸ਼ਨ ਅਟੈਂਡ ਕਰ ਰਿਹਾ। ਸੋ ਮਚ ਫॉर ਸੁਮੇਧ ਸੈਨੀਜ਼ ਅਪਰਾਈਟੀਅਸਨੈਸ। ਆ ਤੁਸੀਂ ਦੇਖੋ ਹੁਣ ਇੱਥੇ ਜਿਹੜੇ ਭੁੱਲੇ ਨੇ ਇਹਦੇ ਲਈ ਹੋਰ ਕੀ ਕੀਤਾ ਹੈ। ਆ ਇੱਕ ਆਰਡਰ ਹੈ, ਤੁਸੀਂ ਨੈਟ ਤੋਂ ਡਾਊਨਲੋਡ ਕਰ ਸਕਦੇ ਹੋ। 22 ਦਸੰਬਰ 1995 ਜਸਟਿਸ ਝਾਂਜੀ ਦਾ ਆਰਡਰ ਹੈ। ਹੁਣ ਜਸਟਿਸ ਝਾਂਜੀ ਉਹ ਜੱਜ ਸੀਗੇ ਜਿਨ੍ਹਾਂ ਨੇ ਲੁਧਿਆਣਾ ਜਿਹੜਾ ਸੈਣੀ ਨੇ ਇਨੋਸੈਂਟ ਲੋਕਾਂ ਨੂੰ ਮਾਰਿਆ ਹੈ, ਉਸ ਕੇਸ ਨੂੰ CBI ਨੂੰ ਟ੍ਰਾਂਸਫਰ ਕੀਤਾ ਹੈ। ਸੋ ਨਿਹੰਗ ਅਜੀਤ ਸਿੰਘ ਭੁੱਲਾ ਦੀ ਇੱਥੇ ਕੀ ਰੈਲੇਵੈਂਸ ਆਉਂਦੀ ਹੈ? ਉਹ ਜੱਜ ਸਾਹਿਬ ਨੂੰ ਨਿਹੰਗ ਅਜੀਤ ਸਿੰਘ ਭੁੱਲਾ ਥ੍ਰੈਟਨ ਕਰਦਾ ਹੈ। ਮੈਂ ਇੱਥੇ ਖਾਸ ਇੱਕ ਗੱਲ ਕਹਾਂਗਾ ਕਿਉਂਕਿ ਤੁਸੀਂ ਇਹ ਪੁੱਛ ਰਹੇ ਹੋ ਕਿ ਇਹ ਬੰਦੇ ਕੰਮ ਕਰਦੇ ਸੀ ਸੈਣੀ ਲਈ। ਮੈਂ ਤੁਹਾਨੂੰ ਕਿਹਾ ਜੀ ਬੜੇ ਛੋਟੇ ਲੈਵਲ ਦੇ ਬੰਦੇ ਸੀ। ਸੈਣੀ ਦੀ ਸਪੋਰਟ ਨਾਲ ਇਹ ਬੰਦੇ ਵੱਡੇ ਬਣੇ ਆ, ਸੈਣੀ ਦੇ ਬੰਦੇ ਨਾਲ ਦੇ ਆਫਿਸਰਸ ਦੀ ਸਪੋਰਟ ਨਾਲ ਇਹ ਬੰਦੇ ਵੱਡੇ ਬਣੇ ਆ ਐਂਡ ਦੇ ਬਿਕੇਮ ਬਿਗਰ ਕ੍ਰਿਮੀਨਲਸ। ਲੇਕਿਨ ਉਹਨਾਂ ਤੋਂ ਵੱਡੇ ਕ੍ਰਿਮੀਨਲਸ ਉਹ ਪੁਲਿਸ ਆਫਿਸਰਸ ਰਹੇ ਹੈ ਜਿਨ੍ਹਾਂ ਨੇ ਉਹਨਾਂ ਨੂੰ ਵੱਡੇ ਕ੍ਰਿਮੀਨਲ ਬਣਾਇਆ ਹੈ ਔਰ ਉਹਨਾਂ ਦੀ ਐਕਟਿਵ ਸਪੋਰਟ ਲਈ ਹੈ।
ਫਿਰ ਉਹ ਸਿਸਟਮ ਮੈਨੂਪਲੇਟ ਕੀਤੇ ਗਏ ਹੈ ਤਾਂ ਕਿ ਉਹ ਬੰਦੇ ਕਦੇ ਪ੍ਰੋਸੀਕਿਊਸ਼ਨ ਨਾ ਫੇਸ ਕਰਨ ਉਹਨਾਂ ਕੇਸਿਸ ਦੇ ਵਿੱਚ, ਔਰ ਇਹਨਾਂ ਅਫਸਰਾਂ ਤੱਕ ਗੱਲ ਨਾ ਆਵੇ। ਹੁਣ ਜਸਟਿਸ ਝਾਂਜੀ ਵਰਗੇ ਇੱਕ ਸਿਟਿੰਗ ਹਾਈ ਕੋਰਟ ਜੱਜ ਨੂੰ 95 ਦੇ ਵਿੱਚ ਇੰਟੀਮੀਡੇਟ ਕਰਨ ਦੀ ਨਿਹੰਗ ਅਜੀਤ ਸਿੰਘ ਭੁੱਲੇ ਵਰਗੇ ਦੀ ਔਕਾਤ ਨਹੀਂ ਸੀ। ਉਹ ਤਾਂ ਕਰ ਗਿਆ ਕਿਉਂਕਿ ਸੁਮੇਧ ਸੈਣੀ ਦੀ ਸਪੋਰਟ ਸੀ। ਇੱਥੋਂ ਆ ਸ਼ੁਰੂ ਹੁੰਦਾ। ਮੈਂ ਆ ਕੁਝ ਲਾਈਨਸ ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਨਾ ਸਿਰਫ ਦਿਖਾਵਾਂਗਾ, ਮੈਂ ਪੜ੍ਹ ਕੇ ਸੁਣਾਉਣੀਆਂ ਚਾਹਾਂਗਾ। I mean to say, Justice Chanji ने अपने order च लिखा है, I mean to say that in the past 2 such attempts have been made. One such attempt was when a retinue of Nihangs who are stated to be close to one of the police officials swarmed the courtroom, leaving no place for lawyers and parties concerned. They vacated the courtroom when services of CRPF personnel posted in the High Court were requisitioned. फिर ਇਹ ਨਿਊਜ਼ਲਾਈਨ ਦੇ ਵਿੱਚ ਕਿਸ ਤਰ੍ਹਾਂ ਪਬਲਿਸ਼ ਹੋਇਆ ਹੈ ਉਹ ਡਿਟੇਲ ਇੱਥੇ ਜੱਜ ਸਾਹਿਬ ਨੇ ਦਿੱਤੀ ਹੈ। ਸੋ ਜੱਜ ਸਾਹਿਬ ਇੱਥੇ ਬੇਸਿਕਲੀ ਇਹ ਕਹਿ ਰਹੇ ਨੇ ਕਿ ਵੀ ਅਜੀਤ ਸਿੰਘ ਫੁੱਲਾ ਨਿਹੰਗ ਲੈ ਕੇ ਮਤਲਬ ਉਹ ਆਈ ਥਿੰਕ ਨਿਹੰਗਾਂ ਦੇ ਬਾਣੇ ਵਿੱਚ ਗੁੰਡੇ ਲੈ ਕੇ ਆਏ, ਯੂ ਕਾਂਟ ਕਾਲ ਦੈਮ। ਬਿਲਕੁਲ ਆਇਆ ਨਾ। ਅਜੇ ਅੱਗੇ ਦੇਖੋ, ਅਜੇ ਮੈਂ ਹੋਰ ਅੱਗੇ ਪੜ੍ਹਦਾ। ਉਹ ਕਹਿੰਦੇ ਕਿ ਮੈਨੂੰ ਨਾ ਸਿਰਫ ਚੇਂਬਰ ਵਿੱਚ ਰਿਟਰੀਟ ਕਰਨਾ ਪਿਆ, ਜਦੋਂ ਮੈਂ ਚੀਫ ਜਸਟਿਸ ਨਾਲ ਬੈਠਾ ਸੀ ਉਦੋਂ ਵੀ ਇਹੋ ਜਿਹੇ ਇਨਪੁਟਸ ਦਿੱਤੇ ਗਏ। ਇੱਕ ਬੜੀ ਇੰਟਰਸਟਿੰਗ ਮੈਂ ਚੀਜ਼ ਪੜ੍ਹ ਕੇ ਸੁਣਾਵਾਂਗਾ। ਡਿਊਰਿੰਗ ਦਿਸ ਟਾਈਮ I had also been receiving anonymous telephone calls threatening to wash my hands from this case, and one such caller had gone to the extent of saying that I would be picked up and thrown in furnace like the 3 had been thrown along with their car and scooter. I brought all these facts in the notice of my Lord the Chief Justice in presence of my brother judges. ਸਰ ਦਰਸ਼ਕਾਂ ਲਈ ਵੀ ਇਹ ਤੁਸੀਂ ਜਿਨ੍ਹਾਂ ਦੇ ਉਹ ਜਸਟਿਸ ਸਾਂਝੀ ਰੈਫਰ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਕਾਰ ਵਿੱਚ ਸੁੱਟਿਆ ਗਿਆ, ਇਹ ਲੁਧਿਆਣਾ ਜਿਹੜਾ ਕੇਸ ਸੀਗਾ ਉਹਨਾਂ ਦੀ ਫੈਮਿਲੀ ਨੂੰ ਰੈਫਰ ਕਰਦੇ ਹੋਏ ਮੈਮ ਉਹ ਹੁਣ ਮੇਬੀ ਸੈਣੀ ਨੇ ਡਰਾਉਣ ਲਈ ਕੀਤਾ ਹੈ, ਬਿਕੋਜ਼ ਜੱਜ ਸਾਹਿਬ ਨੇ ਵੀ ਇਹ ਲਾਈਨ ਲਿਖੀ ਹੈ, ਦੀ ਮੋਡਸ ਆਪਰੈਂਡੀ ਦਸ ਹੈਜ਼ ਬੀਨ ਟੂ ਕ੍ਰੀਏਟ ਫੀਅਰ ਸਾਈਕੋਸਿਸ। ਹੁਣ ਤੁਸੀਂ ਆਪ ਵੇਖੋ, ਇੱਕ ਸੈਣੀ ਉਸ ਵੇਲੇ ਐਸਐਸਪੀ ਸੀ, ਡਿਊਰਿੰਗ ਦਿਸ ਟਾਈਮ ਉਹ ਡੀਆਈਜੀ ਬਣ ਗਿਆ। ਸੋ ਇੱਕ ਐਸਐਸਪੀ ਰੈਂਕ ਦਾ ਅਫਸਰ ਜਾਂ ਇੱਕ ਡੀਆਈਜੀ ਰੈਂਕ ਦਾ ਅਫਸਰ ਹਾਈ ਕੋਰਟ ਜੱਜ ਨੂੰ ਨਿਹੰਗ ਅਜੀਤ ਸਿੰਘ ਭੁੱਲੇ ਦੇ ਥਰੂ ਇੰਟੀਮੀਡੇਟ ਕਰਾਉਂਦਾ ਹੈ, ਅਨੋਨਿਮਸ ਕਾਲਸ ਕਰਵਾ ਕੇ, ਕਿਉਂਕਿ ਕਾਲਰ ਆਈਡੀਜ਼ ਹੁੰਦੇ ਨਹੀਂ ਸੀ, ਇੱਕ ਹਾਈ ਕੋਰਟ ਦੇ ਜੱਜ ਨੂੰ ਇੰਟੀਮੀਡੇਟ ਕਰਾਉਂਦਾ। ਇਹ ਕੋਈ ਛੋਟੀ ਗੱਲ ਨਹੀਂ ਹੈ, ਦਿਸ ਇਜ਼ ਰਿਕਾਰਡਡ ਇਨ ਦੀ ਆਰਡਰ। ਹੁਣ ਕਿਉਂ ਇਹ ਬੰਦਿਆਂ ਨਾਲ ਲਿੰਕਸ ਬਾਹਰ ਆਉਂਦੇ ਹੈ, ਕਿਉਂ ਇੱਕ ਗਰੁੱਪ ਬਣਦਾ ਹੈ ਆਫਿਸਰਸ ਦਾ? ਆ ਲਓ, ਦਿਸ ਇਜ਼ ਅ ਲੈਟਰ। ਸੁਮੇਧ ਸੈਣੀ ਨੂੰ ਕੋਰਟ ਨੇ ਸਮਨ ਕਰ ਲਿਆ ਦਿੱਲੀ। ਸੋ ਇੱਕ ADGP ਇੰਟੈਲੀਜੈਂਸ ਤੋਂ ਲੈਟਰ ਲਿਖੀ ਜਾਂਦੀ ਹੈ ਸੇਇੰਗ, ਇੱਕ ਜਿਹੜਾ ਬੰਦਾ ਵਿਕਟਿਮ ਹੈ, ਤੁਸੀਂ ਵਿਕਟਿਮਸ ਦੀ ਗੱਲ ਕਰ ਰਹੇ ਹੋ, ਜਿਹੜੇ ਸੈਣੀ ਮੋਟਰਸ ਵਾਲੇ ਕਿ ਉਹ ਵਿਕਟਿਮ ਨਹੀਂ ਹੈ, ਜਿਹੜੇ ਉਹਦੇ ਫਾਈਨੈਂਸਸ ਮਾਰੇ ਗਏ ਹੈ, ਜਿਹੜੇ ਮੇਨ ਵਿਕਟਿਮਸ ਹੈ, ਉਹ ਇਨਸਾਫ ਦੀ ਵੇਟ ਕਰਦੇ ਹੋਏ ਉਹ ਲੇਡੀ ਮਿਸਿਸ ਅਮਰ ਕੌਰ, ਉਹਨਾਂ ਦੀ ਡੈਥ ਹੋ ਗਈ। ਵਾਟ ਡੂ ਯੂ ਕਾਲ ਦੈਟ? ਆ ਇੱਕ ਚਿੱਠੀ ਲਿਖੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ, ADGP ਇੰਟੈਲੀਜੈਂਸ ਨੇ ਆਫੀਸ਼ੀਅਲੀ ਚਿੱਠੀ ਭੇਜੀ ਹੈ ਸੇਇੰਗ ਕਿ ਦੈਟ ਕੰਪਲੇਨੈਂਟ ਇਜ਼ ਹੈਵਿੰਗ ਲਿੰਕਸ ਵਿਦ ਟੈਰਰਿਸਟਸ, ਔਰ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਲਿੰਕ ਕੀਤਾ ਜਾਂਦਾ ਹੈ ਕਿਉਂਕਿ ਉਸ ਵੇਲੇ ਮੁਲਤਾਨੀ ਕੇਸ ਖੁੱਲ੍ਹ ਚੁੱਕਿਆ ਸੀ, ਭੁੱਲਰ ਨਾਲ ਮੁਲਤਾਨੀ ਕੇਸ, ਜਿਹਦੇ ਵਿੱਚ ਮੈਂ ਅਪੀਅਰ ਹੋ ਰਿਹਾ। ਹੁਣ ਉਹ ਕੇਸਿਸ ਦਾ ਰੈਫਰੈਂਸ ਦੇ ਕੇ ਆ ਚਿੱਠੀ ਭੇਜੀ ਜਾਂਦੀ ਹੈ ਕਿ ਸੁਮੇਧ ਸੈਣੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਦਿੱਲੀ ਹਾਜ਼ਰ ਨਹੀਂ ਹੋਣਗੇ। ਸੋ ਆ ਚੀਜ਼ ਹੈ, ਦਿਸ ਇਜ਼ ਅ ਸਾਈਨਡ ਲੈਟਰ, ਡਾਇਰੀ ਨੰਬਰ ਪਿਆ, ਸਾਰਾ ਪਿਆ, ਤੁਸੀਂ ਦੇਖੋ। ਮੈਂ ਇਹ ਚੀਜ਼ ਤੁਹਾਨੂੰ ਕਿਉਂ ਦਿਖਾ ਰਿਹਾ ਤੁਹਾਡੇ ਦਰਸ਼ਕਾਂ ਨੂੰ? ਇਟ ਇਜ਼ ਨਾਟ ਜਸਟ ਕਿ ਸੁਮੇਧ ਸੈਣੀ ਆ ਇੱਕ ਚੀਜ਼ ਕਰ ਰਿਹਾ, ਇਟਸ ਆਲਵੇਜ਼ ਅ ਗਰੁੱਪ ਆਫ ਆਫਿਸਰਸ ਹੂ ਆਰ ਦੇਅਰ ਟੂ ਸਪੋਰਟ ਹਿਮ, ਟੂ ਸਟੈਂਡ ਬਾਈ ਹਿਮ ਐਂਡ ਸੇ ਕਿ ਤੂੰ ਗਲਤ ਕੰਮ ਕਰ, ਅਸੀਂ ਤੇਰੇ ਨਾਲ ਆ। ਫਿਰ ਮੈਂ ਇੱਕ ਸਵਾਲ ਪੁੱਛਣਾ ਚਾਹਾਂਗੀ, ਅਸੀਂ ਇਹ ਕਹੀਏ ਜਿਹੜਾ ਅਜੀਤ ਫੂਲਾ ਹੈ, ਮੈਂ ਸਿੰਘ ਨਾਲ ਲਾਣਾ ਚਾਹਾਂਗੀ ਨਹੀਂ ਉਹਨਾਂ ਨਾਲ, ਅਜੀਤ ਫੂਲਾ ਹੈ, ਉਹਦੇ ਪਿੱਛੇ ਸੁਮੇਧ ਸੈਣੀ ਤਾਕਤ ਬਣ ਕੇ ਖੜਾ, ਤੂੰ ਜੋ ਮਰਜ਼ੀ ਕਹਿ ਢਾਲ ਮੈਂ ਖੜਾ। ਬਟ ਦੈਨ ਸੁਮੇਧ ਸੈਣੀ ਫਰੋਮ that junior level, from SSP, from DI to DIG, DGP ਪੰਜਾਬ, ਫਿਰ ਉਹਦੇ ਪਿੱਛੇ ਵੀ ਤੇ ਤਾਕਤ ਖੜੀ ਹੈ। ਸਿਆਸਤਦਾਨ ਨੇ, ਜੇ ਤੁਸੀਂ ਇਹ ਜਾਣਦੇ ਹੋ ਤਾਂ ਸਿਆਸਤਦਾਨ ਲੋਕ ਜਾਣਦੇ ਨੇ, ਜਿਨ੍ਹਾਂ ਤੇ ਬੀਤ ਰਹੀ ਹੈ ਉਹ ਜਾਣਦੇ ਹੈ। ਜਿਹੜਾ ਸਿਆਸਤਦਾਨ ਲੋਕਾਂ ਵਿੱਚ ਘੁੰਮਦਾ ਹੈਗਾ, ਉਹਨਾਂ ਦੀ ਵੋਟਾਂ ਲੈਂਦਾ, ਉਹ ਨਹੀਂ ਜਾਣਦਾ ਸੀਗਾ ਕਿ ਵੀ ਕਿਸ ਬੰਦੇ ਨੂੰ ਮੈਂ ਪ੍ਰਮੋਟ ਕਰ ਰਿਹਾ, ਪੰਜਾਬ ਦੇ ਸਿਰ ਦੇ ਉੱਤੇ ਬਿਠਾ ਰਿਹਾ। ਛੋਟੀ ਜਿਹੀ ਮੈਂ ਇਹਦੇ 'ਚ ਚੀਜ਼ ਐਡ ਕਰਾਂਗਾ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਐਬਸੋਲਿਊਟਲੀ ਕਰੈਕਟ। ਇਹਨਾਂ ਆਫਿਸਰਸ ਲਈ ਇੱਕ ਟਰਮ ਹੁੰਦੀ ਹੈ ਕਿ ਹਰ ਸਰਕਾਰ ਦੇ ਉਹ ਫੇਵਰੇਟ ਕਿਉਂ ਹੁੰਦੇ ਆ? ਉਹ ਤਾਂ ਫੇਵਰੇਟ ਬਣ ਜਾਂਦੇ ਆ ਬਿਕੋਜ਼ ਇਹਨਾਂ ਨੂੰ ਹੁੰਦਾ ਕਿ ਹਰ ਬੰਦੇ, ਅਸੀਂ ਜੀ ਉਹ ਕੰਮ ਕਰ ਦਿਆਂਗੇ ਜਿਹੜੇ ਦੂਜੇ ਪੈਰਾਮੀਟਰਸ ਆਫ ਲਾਅ ਦੇ ਵਿੱਚ ਰਹਿ ਕੇ ਕਹਿਣਗੇ ਅਸੀਂ ਕਰ ਨਹੀਂ ਸਕਦੇ, ਅਸੀਂ ਕਿਸੇ ਵੀ ਹੱਦ ਤੱਕ ਜਾ ਕੇ ਕਰਾਂਗੇ। ਇਨ ਰਿਟਰਨ ਤੁਸੀਂ ਸਾਡੇ ਤੋਂ ਜਿਹੜੇ ਫੇਵਰ ਲੈਣੇ ਲਓ, ਇਨ ਰਿਟਰਨ ਪ੍ਰੋਟੈਕਟ ਅਸ।
ਇਟ ਇਜ਼ ਨਾਟ ਕਿ ਉਹ ਕਿਸੇ ਦੇ ਲਾਇਲ ਹੋ ਕੇ ਚੱਲਦੇ ਆ, ਦੇ ਐਕਟ ਲਾਈਕ ਮਰਸਨਰੀਜ਼। ਮਤਲਬ ਪਾੜੇ ਦੇ ਬੇਸਿਕਲੀ ਹਾਂ ਬਿਲਕੁਲ, ਉਹ ਕਹਿੰਦੇ ਸਾਨੂੰ ਬਚਾ ਲਓ, ਨਾ ਉਹ ਕਿਸੇ ਵੀ ਪਾਰਟੀ ਦੇ ਲਾਇਲਿਸਟ ਨੇ, ਨਾ ਉਹ ਕਿਸੇ ਸੀਐਮ ਦੇ ਲਾਇਲਿਸਟ ਨੇ, ਪਰ ਉਹ ਹਰ ਸੀਐਮ ਦੇ ਜਦੋਂ ਤੱਕ ਉਹ ਪਾਵਰ 'ਚ ਫੇਵਰੇਟ ਹੁੰਦੇ ਆ, ਜਦੋਂ ਬੰਦਾ ਪਾਵਰ 'ਚ ਜਾਂਦਾ ਉਹ ਗਾਲਾਂ ਕੱਢਦਾ। तो कितने इम्तिहान सियासतदान था है, और सियासतदान बिकॉज ओयो लांदा है, सो इम्तिहान सियासतदान दा ही आएगा। मैं ਇੱਥੇ ਇੱਕ ਚੀਜ਼ जे ਹੋਰ सियासत जानना चाहे जानती जी, होए जी, तो जी। ਇਹ ਸਫਾਈ ਹੋ ਸਕਦੀ ਹੈ। ਮੈਮ ਬਿਲਕੁਲ ਹੋ ਸਕਦੀ ਹੈ। ਮੈਂ ਇੱਕ ਛੋਟੀ ਜਿਹੀ ਇੱਥੇ ਚੀਜ਼ ਐਡ ਕਰਦਾ, ਤੁਹਾਡੇ ਦਰਸ਼ਕਾਂ ਨੂੰ ਕਹੋ ਟਰਾਈ ਕਰ ਲੈਣ, ਕਿਸੇ ਵੀ ਆਈਪੀਐਸ ਆਫੀਸਰ ਦੇ ਖਿਲਾਫ ਜੋ ਤੁਹਾਡੇ ਕੋਲ ਮਟੀਰੀਅਲ ਹੈ ਕੰਪਲੇਂਟ ਦੇ ਦਿਓ ਗਵਰਨਮੈਂਟ ਉਹਦੇ ਤੇ ਕੀ ਕਰੂਗੀ? ਜੇ ਤੁਹਾਨੂੰ ਕੋਈ ਇਨਫੋਰਮ ਵੀ ਕਰ ਦੇ ਕਿ ਉਸ ਕੰਪਲੇਂਟ ਦੀ ਕੀ ਆਊਟਕਮ ਹੋ ਰਹੀ ਹੈ, ਮੈਨੂੰ ਕਹਿ ਦੇਣਾ। ਤੁਹਾਨੂੰ ਕੀ ਲੱਗ ਰਿਹਾ ਆਈਪੀਐਸ ਆਫੀਸਰ ਦੇ ਖਿਲਾਫ ਕੰਪਲੇਂਟਸ ਨਹੀਂ ਹੁੰਦੀਆਂ? ਕੰਪਲੇਂਟ ਹੋਊਗੀ, ਮੁਸ਼ਕਿਲ ਨਾਲ ਉਹਦੇ ਤੇ ਡਾਇਰੀ ਨੰਬਰ ਲੱਗੂਗਾ, ਜੇ ਨੰਬਰ ਲੱਗੂਗਾ ਉਹ ਕੰਪਲੇਂਟ ਦੱਬੀ ਰਹੂਗੀ, ਫਿਰ ਉਹ ਕੰਪਲੇਂਟ ਜੇ ਉਹਨਾਂ ਨੇ ਟੇਕ ਅਪ ਕਰਨੀ ਪੈ ਗਈ ਕਿਤੇ ਮੀਡੀਆ ਪ੍ਰੈਸ਼ਰ ਦੇ ਵਿੱਚ, ਉਹਦੀ ਵਨ ਸਾਈਡਡ ਬਲੇਟੈਂਟਲੀ ਇਲੀਗਲ ਇਨਕੁਆਇਰੀ ਕੀਤੀ ਜਾਊਗੀ। ਉਹ ਇਨਕੁਆਇਰੀ ਇੰਨੀ ਇਲੀਗਲ ਹੋਊਗੀ, ਜਾਂ ਤਾਂ ਉਹ ਇਨਕੁਆਇਰੀ ਕਮੇਟੀ ਦੇ ਆਫੀਸਰਸ ਇਨਕੁਆਇਰੀ 'ਚ ਨਹੀਂ ਬੈਠ ਸਕਦੇ, ਉਹਨਾਂ ਨੇ ਉਹ ਸਾਰੇ ਫੈਕਟਸ ਦੱਬਣੇ ਆ, ਤੁਹਾਨੂੰ ਕਹਿਣਾ ਇਹਦਾ ਪਾਰਟ ਬਣੋ ਤਾਂ ਕਿ ਕੱਲ ਨੂੰ ਤੁਸੀਂ ਪਲੀ ਨਾ ਲੈ ਸਕੋ ਕਿ ਜੀ ਅਸੀਂ ਇੱਕ ਇਲੀਗਲ ਇਨਕੁਆਇਰੀ ਦੇ ਵਿੱਚ ਬੈਠੇ ਸੀ। ਤੁਸੀਂ ਆਬਜੈਕਟ ਕਰੋਗੇ, ਉਹਨਾਂ ਨੇ ਕਹਿਣਾ ਜੀ ਇਨਕੁਆਇਰੀ ਤਾਂ ਅਸੀਂ ਉਹ ਕਰਾਂਗੇ, ਨਹੀਂ ਤਾਂ ਕੋਰਟ ਜਾਓ ਧੱਕੇ ਖਾਓ। ਇਨਕੁਆਇਰੀ ਬੰਦ ਕਰ ਦੇਣਗੇ, ਵੈਸੇ ਸ਼ੁਰੂ ਹੀ ਨਹੀਂ ਹੋਣੀ, ਨਹੀਂ ਤਾਂ ਬੰਦ ਕਰ ਦੇਣਗੇ, ਤੁਹਾਨੂੰ ਇਨਫੋਰਮ ਨਹੀਂ ਕਰਨਗੇ, ਡਿਸਪਾਈਟ ਇਟ ਬੀਇੰਗ ਕਿ ਸੈਟਲਡ ਲਾਅ ਹੈ ਕੰਪਲੇਨੈਂਟ ਨੂੰ ਇਨਕੁਆਇਰੀ ਦਾ ਦੱਸਣਾ ਹੁੰਦਾ। ਫਾਈਨਲੀ ਜਦੋਂ ਪੁੱਛੋ ਉਹ ਕੰਪਲੇਂਟ ਸੀ ਜੀ, ਉਹ ਤਾਂ ਬੰਦ ਹੋ ਗਈ, ਇਨਕੁਆਇਰੀ ਉਹ ਸੀਕ੍ਰੇਟ ਹੈ, ਤੁਸੀਂ ਆਰਟੀਆਈ 'ਚ ਮੰਗ ਲਓ, ਆਰਟੀਆਈ 'ਚ ਅਸੀਂ ਡਿਨਾਈ ਕਰ ਦਿਆਂਗੇ। ਦਿਸ ਇਜ਼ ਹਾਊ ਦ ਸਿਸਟਮ ਆਪਰੇਟਸ। ਦੈਟ ਇਜ਼ ਵਨ ਰੀਜ਼ਨ। ਹੁਣ ਮੈਂ ਛੋਟੀ ਜਿਹੀ ਤੁਹਾਡੀ ਚੀਜ਼ ਦੀ ਕੰਟੀਨਿਊਸ਼ਨ 'ਚ ਲੈਣਾ, ਮੈਨੂੰ ਇੱਕ ਆਈਪੀਐਸ ਆਫੀਸਰ ਦਾ ਪਤਾ, ਉਹ ਕੇਸ ਮੈਂ ਹੈਂਡਲ ਕਰ ਰਿਹਾ ਸੀ, ਹਾਈ ਕੋਰਟ ਨੇ ਉਹਦੇ 'ਚ ਇੱਕ ਬੜੀ ਇੰਟਰਸਟਿੰਗ ਇੱਕ ਉਹਦੇ ਸਟ੍ਰਿਕਚਰ ਪਾਸ ਕੀਤਾ ਆਈਪੀਐਸ ਆਫੀਸਰ ਦੇ ਖਿਲਾਫ। This investigating officer is often found on the wrong side of law. This is the exact wording of that High Court order. ਕਿ ਇਨਵੈਸਟੀਗੇਸ਼ਨ ਆਫਿਸ ਕਾਫੀ ਵਾਰ ਕਾਨੂੰਨ ਦੇ Often, ਹਾਂ, ਅਕਸਰ ਕੋਰਟ ਦੇ ਵਿੱਚ ਇਸ ਕੇਸ 'ਚ ਹੀ ਨਹੀਂ, ਦੂਜੇ ਕੇਸਿਸ ਦੇ ਵਿੱਚ ਵੀ we have found him ਕਿ ਉਹ ਲਾਅ ਦੀ ਗਲਤ ਸਾਈਡ ਤੇ ਹੁੰਦਾ ਹੈ। And he is an IPS officer, direct IPS. CRM-M 6492 of 2008 ਕੇਸ ਨੰਬਰ ਹੈ। ਹੁਣ ਇਸ ਕੇਸ ਦੇ ਵਿੱਚ ਜਿਹਦਾ ਟਾਈਟਲ ਸੀ ਅਨੁਰਾਗ ਸਕਸੇਨਾ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ, ਆ ਸਟ੍ਰਿਕਚਰ ਪਾਸ ਹੋਇਆ, ਉਹ ਆਈਪੀਐਸ ਆਫੀਸਰ ਐਸਐਸਪੀ, ਅੱਛਾ, ਦਿਸ ਸਟ੍ਰਿਕਚਰ ਅਗੇਂਸਟ ਦਿਸ ਆਈਪੀਐਸ ਆਫੀਸਰ was affirmed, मतलब सुप्रीम कोर्ट दी लैंग्वेज है, the order of the high court which is affirmed by us. So सुप्रीम कोर्ट ने, स्टेट ने एसएलपी पाई, सुप्रीम कोर्ट ने आईओ के खिलाफ स्ट्रिक्चर स्टैंड करन दिता है। इंटरेस्टिंगली वो बंदा एसएसपी तो प्रमोट हो के एडीजीपी रैंक तक पहुंच गया। मैं थोड़े दर्शकों को पूछना, हाउ मेनी ऑफ यू इवन नो ए आईपीएस ऑफिसर कौन है? मैं जान के ना नहीं ले रहा, ना लैंड मैंने कोई दिक्कत नहीं, आई हैव अपीयर्ड इन दिस केस एज अ लॉयर। सो मैनू तुसी ये दसो मैनू की दिक्कत है, पर जे तुहानू नहीं पता रियलाइज कि ये चीज़ां नू दबण दी इंप्लीकेशन की हुंदी है। किन्ने केसिस दे विच जदों असीं कोर्ट दे विच जाने आ, असीं कहने आ जी साडा जिहड़ा क्लाइंट है एक चोरी दा मुकदमा फेस कर रहा है, ठीक है जी, वो चोरी दे मुकदमे दे विच उहदी कस्टडी चाहीदी है, कौन कह रहा है? एक पुलिस वाला कह रहा है ਜਿਹਨੂੰ ਇੰਸਟਰਕਸ਼ਨਸ, ਜਿਹੜਾ ਆਪ ਹੋ ਸਕਦਾ ਡਰੱਗਸ ਦੇ ਕੇਸ ਦੇ ਵਿੱਚ ਅਕਿਊਜ਼ਡ ਹੋਵੇ, ਪਰ ਕਿਉਂਕਿ ਉਹਨੂੰ ਸੀਨੀਅਰ ਨੇ ਬਚਾਇਆ ਹੋਇਆ ਹੈ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ। ਜਿਹੜਾ ਹੋ ਸਕਦਾ ਹੈ ਓਪਨਲੀ ਰਿਸ਼ਵਤ ਲੈ ਰਿਹਾ ਹੋਵੇ, ਉਹਦੇ ਖਿਲਾਫ ਵਿਜੀਲੈਂਸ ਦਾ ਡਿਸਪ੍ਰੋਪੋਰਸ਼ਨੇਟ ਐਸੈਟਸ ਦਾ ਕੇਸ ਹੋਵੇ, ਪਰ ਉਹ ਉੱਥੇ ਮਜ਼ੇ ਨਾਲ ਬੈਠਾ ਹੈ, ਉਹ ਕਹਿ ਰਿਹਾ ਨਹੀਂ ਜੀ ਚੋਰੀ ਵਾਲਾ ਤਾਂ ਸੀਰੀਅਸ ਆਫੈਂਸ ਹੈ, ਸਾਡਾ ਕੁਝ ਨਹੀਂ ਹੈ। ਦੈਟ ਇਜ਼ ਦ ਪਲਾਈਟ ਆਫ ਦ ਕੰਟਰੀ ਔਰ ਸਪੈਸ਼ਲੀ ਪੰਜਾਬ। ਪ੍ਰਦੀਪ, ਇੱਥੇ ਮੈਂ ਇੱਕ ਫੁੱਲਾਂ ਤੇ ਆਉਣਾ ਚਾਹੁੰਦੀ ਹਾਂ। ਜਦ ਉਹਨਾਂ ਤੇ ਕੇਸ ਵੱਧਦੇ ਗਏ, ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਉਸ ਤੋਂ ਬਾਅਦ ਉਹਨਾਂ ਦੀ ਮੌਤ ਜੇਲ੍ਹ 'ਚ ਹੁੰਦੀ ਹੈ, ਉਹਨਾਂ ਨੂੰ ਮਾਰਿਆ ਜਾਂਦਾ ਹੈ। ਸੋ ਇਹ ਵੀ ਧਿਆਨ ਦੇਣਾ ਜ਼ਰੂਰੀ, ਜਿਹੜੇ ਅੱਜ ਛੋਟੇ ਕ੍ਰਿਮੀਨਲ ਹੈ ਜੋ ਕਿਸੇ ਦੇ ਕਹਿਣ ਤੇ ਇੱਕ ਹੱਦ ਪਾਰ ਕਰੀ ਜਾਂਦੇ ਨੇ, ਠੀਕ ਹੈ ਨਾ, ਉਹਨਾਂ ਨੂੰ ਵੀ ਯਾਦ ਰੱਖਣਾ ਪਿਆ ਕਿ ਇੰਨਾ ਤਾਕਤਵਰ ਇਨਸਾਨ ਵੀ ਆਖਿਰਕਾਰ ਜੇਲ੍ਹ ਵਿੱਚ ਮਰਿਆ, ਜਦ ਜੇਲ੍ਹ ਵਿੱਚ ਜਿੱਥੇ ਇਹਨਾਂ ਦੀ ਪ੍ਰੋਟੈਕਸ਼ਨ ਸੀਗੀ। ਸੋ ਕਿਉਂਕਿ ਵੀਆਈਪੀ ਤਾਂ ਹੁੰਦੇ, ਅਸੀਂ ਹੁਣ ਵੀ ਦੇਖ ਰਹੇ ਹਾਂ ਗੈਂਗਸਟਰਸ ਨੂੰ ਫੋਨ ਵੀ ਆਰਾਮ ਨਾਲ ਮਿਲ ਜਾਂਦੇ ਹੈਗੇ, ਜੇਲ੍ਹਾਂ 'ਚ ਸਾਰੇ ਸਿਸਟਮ ਚੱਲਦੇ ਪਏ ਨੇ। ਸੋ ਪ੍ਰੋਟੈਕਸ਼ਨ ਹਟਾਏਗੀ। ਸੋ ਐਂਡ ਵਿੱਚ ਜਦ ਇਹਨੂੰ ਜ਼ਿੰਦਾ ਸਾੜਿਆ ਗਿਆ ਤਾਂ ਵੀ ਸੈਣੀ ਪਿੱਛੇ ਹਟ ਗਿਆ ਵੀ ਇਸਤੇਮਾਲ ਕਰਕੇ ਹੁਣ ਤੇਰਾ ਟਾਈਮ ਖਤਮ ਹੋ ਗਿਆ, ਹੁਣ ਤੂੰ ਜਾ। ਹਾਊ ਡੂ ਆਈ ਮੀਨ ਪੋਸਿਬਿਲਿਟੀ ਇਹ ਕਿਵੇਂ ਪਤਾ ਹੈ ਕਿ ਕਿਸੇ ਚੀਜ਼ ਦੇ ਵਿੱਚ ਸੈਣੀ ਦਾ ਰੋਲ ਨਹੀਂ ਸੀ? ਹੋ ਸਕਦਾ ਸੈਣੀ ਬਲੈਕਮੇਲ ਹੋ ਰਿਹਾ ਹੋਵੇ, ਹੋ ਸਕਦਾ, ਆਈ ਡੋਨਟ ਨੋ। देयर इज अ पॉसिबिलिटी कि भी क्योंकि जेल ਵਿੱਚ ਮਾਰੇ ਜਾਣਾ ਮਤਲਬ ਕਿੱਥੇ ਦੇਖੋ ਜੇਲ੍ਹ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ, ਫੋਨ ਯੂਜ਼ ਹੋ ਰਹੇ ਹੈ,
ਕਿ ਜੇਲ੍ਹ ਸਟਾਫ ਦੀ ਮਰਜ਼ੀ ਤੋਂ ਬਿਨਾਂ ਯੂਜ਼ ਹੋ ਰਹੇ ਹੈ। ਆਪਾਂ ਕਿੰਨੇ ਇੱਕ ਸੁਪਰਿੰਟੈਂਡੈਂਟ ਜਾਂ ਡਿਪਟੀ ਸੁਪਰਿੰਟੈਂਡੈਂਟ ਜੇਲ੍ਹ ਦੇ ਖਿਲਾਫ ਐਕਸ਼ਨ ਹੁੰਦਾ ਦੇਖ ਲਿਆ। ਨਹੀਂ, ਪਰ ਫੂਲਾ ਸਿੰਘ ਦੀ ਵੀ ਕਈ ਜਿਹੜਾ ਅੰਤ ਹੈ ਉਨਾ ਹੀ ਮਾੜਾ ਜਿੰਨਾ ਉਹਨੇ ਕਿਸੇ ਹੋਰ ਨਾਲ ਕੀਤਾ। ਬਿਲਕੁਲ ਹੈ ਮੈਮ, ਮੈਂ ਤਾਂ ਦੇਖੋ ਇੱਕੋ ਹੀ ਗੱਲ ਕਹਿਣਾ, ਮੈਨੂੰ ਬਹੁਤ ਚੈਨਲਸ ਦੇ ਉੱਤੇ ਪੁੱਛਿਆ ਜਾਂਦਾ ਜੀ ਤੁਸੀਂ ਇੰਨੇ ਪੁਲਿਸ ਆਫਿਸਰਸ ਦੇ ਖਿਲਾਫ ਕੇਸ ਲੜ ਰਹੇ ਹੋ, ਵੇਅਰ ਇਜ਼ ਹੋਪ। ਮੈਂ ਕਹਿਣਾ ਜੀ ਮੇਰਾ ਤਾਂ ਉਸ ਰੱਬ ਦੇ ਵਿੱਚ ਫੇਥ ਹੈ। ਔਰ ਇਹ ਸੋਚੋ ਕਿ ਜਿੰਨੇ ਵਿਕਟਿਮਸ ਆ ਕੇ ਜਾਂਦੇ ਆ, ਜਿਹੜੇ ਮੇਰੇ ਕੋਲ ਰੋ ਕੇ ਜਾਂਦੇ ਕਿ ਸਾਡੇ ਨਾਲ ਆ ਹੋਇਆ, ਸਾਡੇ ਨਾਲ ਇੰਨੀ ਤਸ਼ੱਦਦ ਹੋਈ, ਸਾਡੇ ਨਾਲ ਇੰਨਾ ਬੁਰਾ ਹਾਲ ਕੀਤਾ, ਉਹਨਾਂ ਨੇ ਵੀ ਤਾਂ ਉਸੇ ਰੱਬ ਵਿੱਚ ਵਿਸ਼ਵਾਸ ਰੱਖਿਆ। ਜੇ ਮੈਂ ਉਸ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਾਂਗਾ ਤੇ ਕਿਹਦੇ ਤੇ ਰੱਖਾਂਗਾ? ਸਿਆਸਤਦਾਨਾਂ ਤੇ। ਜਿਹੜੇ ਸਿਆਸਤਦਾਨ ਇਹੋ ਜਿਹਿਆਂ ਨੂੰ ਪ੍ਰੋਟੈਕਟ ਕਰ ਰਹੇ ਹੈ, ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨਾਂ ਆਫਿਸਰਸ ਨੂੰ ਹੀ ਪ੍ਰਾਈਮ ਪੋਸਟਿੰਗਸ ਦੇ ਰਹੇ ਹੈ। ਔਰ ਪਾਵਰ ਚੋਂ ਬਾਹਰ ਜਾ ਕੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੂਲੇ ਦਾ ਅੰਤ ਹੋਇਆ, ਪੋਲੀਟੀਸ਼ੀਅਨਸ ਦਾ ਵੀ ਇਹੋ ਜਿਹਾ ਹੀ ਹਾਲ ਹੋ ਰਿਹਾ ਹੈ। ਉਹੀ ਆਫਿਸਰ ਸਭ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਜਿਹੜਾ ਮਟੀਰੀਅਲ ਹੁੰਦਾ ਪਹਿਲਾਂ ਇਕੱਠਾ ਕਰਦੇ, ਪਾਵਰ 'ਚ ਰਹਿ ਕੇ ਉਹਨਾਂ ਲਈ ਐਕਟ ਕਰਦੇ, ਫਿਰ ਅਗਲੀ ਸਰਕਾਰ ਨੂੰ ਜਾ ਕੇ ਕਹਿੰਦੇ ਲੋ ਜੀ ਆਹ ਮਟੀਰੀਅਲ ਹੈ, ਯੂਜ਼ ਇਟ ਅਗੇਂਸਟ them। ਸੋ ਡਾਇਰੀਆਂ ਇਹ ਵੀ ਉਸ ਵੇਲੇ ਤੱਕ ਉਹ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਨਾਲ ਕੀ ਹੋਗੀ। ਦੈਨ ਦੇ ਡੋਨਟ ਨੋ ਵੇਅਰ ਟੂ ਗੋ। ਬਟ ਉਹ ਕਹਿੰਦੇ ਨਾ, ਸੱਪ ਨੂੰ ਜੇ ਪਾਲ ਲਓਗੇ ਤੇ ਸੱਪ ਡੰਕ ਤਾਂ ਤੁਹਾਨੂੰ ਹੀ ਮਾਰੂਗਾ, ਭਾਵੇਂ ਤੁਸੀਂ ਉਹਨੂੰ ਦੁੱਧ ਪਿਆ ਰਹੇ ਹੋ। ਜਿਹੜੇ ਪੋਲੀਟੀਸ਼ੀਅਨਸ ਹੋ ਗਏ ਹੈ, ਜੇ ਇਹੋ ਜਿਹੇ ਜਿਹੜੇ ਤੁਸੀਂ ਕਹਿੰਦੇ ਹੋ ਭਾੜੇ ਦੇ ਵਰਦੀ ਪਾਉਣ ਵਾਲੇ ਹੈਵਾਨ, ਮੈਂ ਕਹਾਂਗੀ ਇਹਨਾਂ ਦਾ ਚਲੋ ਅੰਤ ਜੋ ਹੁੰਦਾ ਹੈ, ਬਟ ਜਿਹੜਾ ਇਨਸਾਨ, ਜੇ ਭਾਈ ਜਟਾਣਾ ਦੀ ਗੱਲ ਕਰੀਏ ਜਾਂ ਉਸ SYL ਚੀਫ ਇੰਜੀਨੀਅਰ ਦੀ ਗੱਲ ਕਰੀਏ, ਇੱਕ ਆਪਣੀ ਨੌਕਰੀ ਲਈ ਸੀਗੇ, ਇੱਕ ਪੂਰੇ ਪੰਜਾਬ ਦੇ ਪਾਣੀਆਂ ਲਈ ਲੜ ਰਹੇ ਸਨ। ਉਹਨਾਂ ਕੋਲ ਮਕਸਦ ਸੀਗਾ, ਉਹ ਲੜਾਈ ਸੀ। ਬਟ ਸਰਕਾਰਾਂ ਤਾਕਤਵਰ ਇਸ ਤਰ੍ਹਾਂ ਇਸ ਚੀਜ਼ਾਂ ਨੂੰ ਘੁਮਾਉਂਦੀਆਂ ਬਿਕੋਜ਼ ਉਹਨਾਂ ਕੋਲ ਇੰਨਾ ਪੈਸਾ ਹੁੰਦਾ, ਇੰਨੀ ਤਾਕਤ ਆਉਂਦੀ ਹੈ, ਜਿਹੜੇ ਉਹ ਆਮ ਇਨਸਾਨ ਹੈ ਜਾਂ ਜਿਸ ਜਜ਼ਬੇ ਨਾਲ ਆਇਆ ਹੈ, ਉਹ ਤਾਂ ਖਤਮ ਹੋਣਾ, ਦੀ ਲਾਈਫ ਤਬਾਹ ਹੋ ਜਾਂਦੀ ਹੈ। ਬਿਲਕੁਲ ਠੀਕ ਹੈ ਮੈਮ, ਇਹਦੇ 6-7 ਪਹਿਲੂ ਦੇਖਣ ਵਾਲੇ ਆ। ਤੁਹਾਡਾ ਪੁਆਇੰਟ ਬਹੁਤ ਰੈਲੇਵੈਂਟ ਹੈ, ਮੈਨੂੰ ਥੋੜਾ ਜਿਹਾ ਇਲੈਬੋਰੇਟ ਕਰਦਾ ਇੱਕ ਚੀਜ਼ ਤੇ, ਉਹਦੇ ਤੇ ਤੁਹਾਡੇ ਦਰਸ਼ਕ ਮੈਂ ਚਾਹਾਂਗਾ ਅਮਲ ਕਰਨ। ਆਰਮੀ ਦੇ ਵਿੱਚ ਜਿਵੇਂ ਰੈਜੀਮੈਂਟਸ ਹੁੰਦੀਆਂ, ਸਿੱਖ ਰੈਜੀਮੈਂਟ ਹੈ, ਸੀ ਪੰਜਾਬੀ ਕੌਮ ਹੈ ਜਿਹੜੀ, ਇਰਰਿਸਪੈਕਟਿਵ ਆਫ ਐਨੀ ਰਿਲੀਜਨ, ਪੰਜਾਬੀਆਂ ਨੇ ਇੱਕ ਨਾਂ ਬਣਾਇਆ ਹੈ, ਨਾ ਸਿਰਫ ਇੰਡੀਆ ਦੇ ਵਿੱਚ, ਮੈਂ ਕਹਾਂਗਾ ਦੁਨੀਆ 'ਚ ਇੱਕ ਨਾਂ ਬਣਾਇਆ ਹੈ ਕਿ ਅਸੀਂ ਲਾਇਲ ਲੋਕ ਹਾਂ। ਠੀਕ ਹੈ, ਜੇ ਵਰਲਡ ਵਾਰ 'ਚ ਵੀ ਲੜੇ ਹੈ ਤੇ ਸ਼ਹਾਦਤ ਤੋਂ ਪਿੱਛੇ ਨਹੀਂ ਹਟੇ। ਜਿਹੜੀ ਇੱਕ ਅਸੀਂ ਦਲੇਰੀ ਦੀ ਕਹਿੰਦੇ ਹਾਂ, ਉਹ ਮਿਸਾਲ ਨੇ। ਠੀਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਹੁਣ ਤਿਰੰਗੇ ਦੇ ਵਿੱਚ ਲਿਪਟਣ ਦਾ ਜਿਹੜਾ ਜਜ਼ਬਾ ਹੈ ਪੰਜਾਬੀਆਂ ਦਾ, ਅੱਜ ਉਹ ਜਜ਼ਬਾ ਕਿੱਥੇ ਜਾ ਰਿਹਾ ਹੈ ਜਦੋਂ ਉਹੀ ਪੰਜਾਬੀ ਹਥਿਆਰ ਚੁੱਕ ਰਹੇ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਖਿਲਾਫ, ਆਪਣੇ ਭਰਾਵਾਂ ਤੇ ਭੈਣਾਂ ਦੇ ਖਿਲਾਫ। ਉਹੀ ਆਪ ਉਹਨਾਂ ਮਾਵਾਂ ਦੀ ਕੋਖ ਉਜਾੜ ਰਹੇ ਨੇ। ਹੁਣ SYL ਦੇ ਪਿੱਛੇ ਜਟਾਣਾ ਵੱਲੋਂ ਕਿਸੇ ਦਾ ਮਰਡਰ ਹੋਇਆ ਜਾਂ ਕੁਝ ਹੋਰ ਹੋਇਆ, ਜੇ ਇੱਕ ਮਿਸਗਾਈਡਡ ਯੂਥ ਹੈ, ਪੁਲਿਸ ਦਾ ਕੰਮ ਉਹਨੂੰ ਜਾਂ ਉਹਦੀ ਫੈਮਿਲੀ ਨੂੰ ਮਾਰਨਾ ਨਹੀਂ ਹੈ ਜਾਂ ਮਰਵਾਉਣਾ ਨਹੀਂ ਹੈ। ਬੰਦੇ ਨੂੰ ਅਰੈਸਟ ਕਰਕੇ ਉਹਨੂੰ ਪ੍ਰੋਸੀਕਿਊਸ਼ਨ ਫੇਸ ਕਰਵਾਉਣਾ ਇਹਨਾਂ ਦਾ ਕੰਮ ਹੈ। ਇਹਦੇ ਵਿੱਚ ਪੈਸਾ ਹੀ ਆਉਂਦਾ ਹੋਏਗਾ ਬਿਕੋਜ਼ ਉਹਨਾਂ ਨੂੰ ਜਿਹੜੇ ਇਨੋਸੈਂਟ, ਜਿਵੇਂ ਫੂਲਾ ਦੀ ਗੱਲ ਕਰਦੇ ਹਾਂ, ਤੇ ਉਹ ਜਿਹੜੇ ਮੁੰਡੇ ਗੁਰਸਿੱਖ ਹੁੰਦੇ ਸੀ ਉਹਨਾਂ ਨੂੰ ਫੜਾ ਕੇ ਉਹਨਾਂ ਨੂੰ ਮਰਵਾਉਂਦਾ ਸੀ, ਉਹਨਾਂ ਨੂੰ ਫਿਰ ਆਤੰਕਵਾਦੀ ਲੇਬਲ ਦਿੱਤੇ ਜਾਂਦੇ ਸੀ ਕਿ ਇਨਕਾਊਂਟਰ ਹੋ ਗਿਆ। ਸੋ ਇਹਦੇ ਪੈਸੇ ਮਿਲਦੇ ਸੀ, ਬੇਸਿਕ ਕਾਰਨ ਤਾਂ ਪੈਸਾ ਹੀ ਸੀ। ਹਾਊ ਡੂ ਵੀ ਨੋ ਕਿ ਉਹ ਜਿਹੜੇ ਬੰਦੇ ਹੈਂਡਓਵਰ ਹੋ ਰਹੇ ਸੀ ਉਹ ਐਕਚੁਅਲੀ ਕੋਈ ਟੈਰਰਿਸਟ ਵੀ ਸੀ? ਮੈਂ ਉਹੀ ਕੋਈ ਜਿਹੜੇ ਰੱਖਣ ਦੀ ਗਲਤੀ ਵੀ ਕਰਦੇ ਸੀ ਕਿ ਉਸ ਟਾਈਮ ਤਾਂ ਕੇਸ ਕੱਟੇ ਗਏ ਵੀ, ਤਾਂ ਕਿ ਵੀ ਜਿਹਦੇ ਕੇਸ ਰਹਿ ਗਏ ਉਹਨੂੰ ਤਾਂ ਟੈਰਰਿਸਟ ਕਹਿਣਾ ਹੀ ਕਹਿਣਾ ਇਹਨਾਂ ਨੇ। ਮੈਮ ਉਹ ਤਾਂ ਹੁਣ ਵੀ ਪੁਲਿਸ ਨੇ ਜੇ ਕਿਸੇ ਨੂੰ ਫੜ ਲਿਆ ਉਹ ਗੈਂਗਸਟਰ ਹੈ। ਹਾਊ ਡੂ ਯੂ ਪ੍ਰੂਵ ਇਟ ਕਿ ਉਹ ਗੈਂਗਸਟਰ ਨਹੀਂ ਹੈ? ਅੱਜ ਉਹ ਪਹਿਲਾਂ ਤੁਸੀਂ ਉਹਨੂੰ ਟੈਰਰਿਸਟ ਕਹਿਤਾ, ਅੱਜ ਉਹਨੂੰ ਗੈਂਗਸਟਰ ਕਹਿਤਾ। ਪੈਸੇ ਮਿਲਦੇ ਨੇ ਮੈਮ, ਪੈਸੇ ਦੀ ਗੱਲ ਨਹੀਂ, ਇੱਕ ਕ੍ਰਾਈਮ ਹੈ ਦੈਟ ਗੋਜ਼ ਅਨਡਿਟੈਕਟਡ। ਨਹੀਂ, ਜਦੋਂ ਉਦੋਂ ਸੋ ਕਾਲ ਟੈਰਰਿਸਟ ਨੂੰ ਪਕੜਿਆ ਜਾ ਰਿਹਾ ਸੀਗਾ, ਉਦੋਂ ਉਹਨਾਂ ਨੂੰ ਪਕੜਨ ਦੇ ਪੈਸੇ ਮਿਲਦੇ ਸੀ। ਪੈਸੇ ਤਾਂ ਮਿਲਦੇ ਸੀ, ਪੈਸੇ, ਮੈਡਲਸ, ਤਰੱਕੀਆਂ, ਉਹ ਇੱਕ ਚੀਜ਼ ਹੋ ਗਈਆਂ। ਬਟ ਜਦੋਂ ਤੁਸੀਂ ਇੱਕ IPS ਆਫਿਸਰ ਨੂੰ ਲੈਂਦੇ ਹੋ, IPS ਆਫਿਸਰ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਨਹੀਂ ਮਿਲਣੀ, ਉਹ ਥੱਲੜੇ ਰੈਂਕਸ ਨੂੰ ਮਿਲ ਜਾਣੀ ਹੈ। ਕਾਂਸਟੇਬਲ ਨੂੰ ਹੈਡ ਕਾਂਸਟੇਬਲ, ASI, IPS ਨੂੰ ਪੈਸੇ ਮਿਲਦੇ ਸੀ, ਮੈਡਲ ਮਿਲਦੇ ਸੀ, ਗੈਲੈਂਟਰੀ ਮੈਡਲ। ਮੂੰਹ ਤੇ ਖੂਨ ਲੱਗ ਗਿਆ, ਖੂਨ ਦਾ ਸਵਾਦ ਇਹੋ ਜਿਹਾ ਹੁੰਦਾ ਹੈਗਾ। ਮੈਮ ਦੋਵੇਂ ਚੀਜ਼ਾਂ ਨੇ। ਪੈਸੇ ਜਿਹੜੇ ਹੈਗੇ ਹੈ ਉਹ ਉਹਨਾਂ ਨੇ ਜੇ ਕਿਤੇ ਇਲੀਗਲ ਕੰਮ ਕੀਤੇ ਹੋਣੇ, ਹੁਣ ਜਿਵੇਂ ਡਰੱਗਸ ਦੇ ਵਿੱਚ IPS ਆਫਿਸਰਸ ਦੀ ਇਨਵੋਲਵਮੈਂਟ ਆ ਰਹੀ ਹੈ, ਇਹੋ ਜਿਹੀਆਂ ਚੀਜ਼ਾਂ ਤੋਂ ਇਹਨਾਂ ਨੂੰ ਪੈਸੇ ਆ ਰਹੇ ਹੈ। ਉਸ ਵੇਲੇ ਜੋ ਕੀਤੇ ਆ, ਜਿਹੜੇ ਰਿਵਾਰਡਸ ਇਹਨਾਂ ਨੇ ਕਲੇਮ ਕੀਤੇ ਆ, ਜਾਂ ਉਹ ਨੇ, ਜਾਂ ਇਹਨਾਂ ਨੇ ਜਿਹੜੇ ਮੈਡਲਸ ਕਲੇਮ ਕੀਤੇ ਆ ਉਹ ਕੀਤੇ। ਹੁਣ ਜਿਵੇਂ ਕਿੰਨੇ ਲੋਕੀ ਜਿਹੜੇ ਮਾਰ ਦਿੱਤੇ ਐਲੀਜਲੀ, ਉਹ ਜਿਉਂਦੇ ਨਿਕਲੇ ਆ। ਜੇ ਉਹ ਜਿਉਂਦੇ ਨਿਕਲੇ ਤੇ ਮਾਰਿਆ ਕਿਹਨੂੰ ਹੈ? ਪੁਲਿਸ ਵਾਲਿਆਂ ਨੇ ਕਦੇ ਵੀ ਉਹਨਾਂ ਬੰਦਿਆਂ ਦੀ ਇਨਕੁਆਇਰੀ ਨਹੀਂ ਮੰਗੀ, ਕਦੇ ਉਸ ਚੀਜ਼ ਤੇ ਇਨਵੈਸਟੀਗੇਸ਼ਨ ਆਪ ਨਹੀਂ ਮੰਗੀ। ਦੈਟ ਮੀਨਸ ਉਹਨਾਂ ਨੂੰ ਲੁਕਾਉਣ ਲਈ ਉਹਨਾਂ ਕੋਲ ਬਹੁਤ ਕੁਝ ਸੀ। ਔਰ ਗੱਲ ਫਿਰ ਇਹੀ ਆਉਂਦੀ ਹੈ ਕਿ 30 ਸਾਲ ਤਾਂ ਲੱਗ ਜਾਂਦੇ ਇਨਵੈਸਟੀਗੇਸ਼ਨ ਸ਼ੁਰੂ ਕਰਾਉਣ ਲਈ। ਉਹ ਆਫਿਸਰ ਦੀ ਸਰਵਿਸ ਵੀ ਖਤਮ ਹੋਣ ਵਾਲੀ ਹੋ ਜਾਂਦੀ ਹੈ। ਜਿਹੜੇ ਬੰਦੇ ਨੇ 30 ਸਾਲ ਸਿਸਟਮ ਮੈਨੀਪੂਲੇਟ ਕਰ ਲਿਆ,
ਉਹਨੂੰ 20 ਸਾਲ ਹੋਰ ਕਰਨ 'ਚ ਕੀ ਦਿੱਕਤ ਹੈ? ਉਹ ਫੈਮਿਲੀ ਦੀ ਤਾਂ ਤੁਸੀਂ ਬੈਕਬੋਨ ਤੋੜਤੀ। ਨਾਲੇ ਤਾਂ ਉਹਨਾਂ ਦਾ ਇੱਕ ਹੌਸਲਾ ਟੁੱਟਿਆ ਕਿ ਸਾਡਾ ਜੀ ਮਰ ਗਿਆ, ਦੂਜਾ ਉਹ ਧੱਕੇ ਖਾਂਦੇ ਰਹਿ ਗਏ, ਤੀਜਾ ਉਹ ਇੱਕ ਐਗਜ਼ਾਮਪਲ ਬਣ ਗਏ ਦੂਜਿਆਂ ਲਈ ਕਿ ਜੀ ਪੁਲਿਸ ਵਾਲਿਆਂ ਨਾਲ ਪੰਗਾ ਨਾ ਲਓ। ਐਂਡ ਆ ਫੀਅਰ ਸਾਈਕੋਸਿਸ ਕ੍ਰੀਏਟ ਕਰਕੇ ਹੀ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਇੱਕ ਕ੍ਰਿਮੀਨਲ ਫੋਰਸ ਵਾਂਗੂ ਬਣਾ ਲਿਆ, ਜਿੱਥੇ ਸੀਨੀਅਰ ਆਫੀਸਰਸ ਨੇ ਗਲਤ ਐਗਜ਼ਾਮਪਲ ਸੈੱਟ ਕਰਤੀ ਹੈ ਔਰ ਉਹੀ ਡੈਮੇਜ ਅੱਜ ਨਜ਼ਰ ਆ ਰਿਹਾ ਹੈ। ਸਾਫ਼ ਹੁੰਦੇ ਹੋਣਗੇ, ਕੁਝ ਤੇ ਦਿਲਾਂ ਵਿੱਚ ਨਹੀਂ ਹੈ ਉਹ ਜਿਹੇ ਜਜ਼ਬਾਤ ਹੁੰਦੇ ਹੋਣਗੇ, ਪਰ ਉਹ ਵੀ ਅੱਜ ਟੈਂਟਡ ਡਰ ਉਹਨਾਂ ਨੂੰ ਇਹੀ ਹੈ ਮੈਮ, ਬਦਨਾਮੀ ਦਾ ਸੀ ਅਲਟੀਮੇਟਲੀ ਕਿਸੇ ਪੁਲਿਸ ਵਾਲੇ ਨੂੰ ਤੁਸੀਂ ਕਿਸੇ ਚੈਨਲ ਦੇ ਉੱਤੇ ਡਿਬੇਟ ਤੇ ਲੈ ਲਓ, ਮੈਂ ਉਹਦੇ ਸਾਹਮਣੇ ਇਨਵੈਸਟੀਗੇਸ਼ਨਸ ਰੱਖ ਦੇਣਾ, ਲੈਟ ਹਿਮ ਸੇ ਮੈਂ ਫਿਰ ਇਨਵੈਸਟੀਗੇਸ਼ਨ ਕਰਦਾ, ਮੈਂ ਆਪਣੇ ਕਲੀਗਸ ਦੇ ਖਿਲਾਫ ਕਰਨ ਨੂੰ ਤਿਆਰ ਹਾਂ ਔਨ ਰਿਕਾਰਡ, ਐਂਡ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਗਲਤੀ ਕੱਢ ਕੇ ਦਿਖਾਓ, ਲੈਟ ਐਨੀ ਆਫੀਸਰ ਕਮ ਔਨ ਰਿਕਾਰਡ ਐਂਡ ਸੇ ਦੈਟ। ਮੈਨੂੰ ਦੱਸੋ, ਪੁਲਿਸ ਵਾਲਿਆਂ ਦੇ ਖਿਲਾਫ ਪਬਲਿਕ ਕੰਪਲੇਂਟ ਕਰ ਰਹੀ ਹੈ, ਕਿਹੜਾ ਆਫੀਸਰ ਔਨ ਰਿਕਾਰਡ ਆ ਕੇ ਕਹਿਣ ਨੂੰ ਤਿਆਰ ਹੈ ਕਿ ਜੀ ਮੈਂ ਕਰਾਂਗਾ ਇਨਵੈਸਟੀਗੇਸ਼ਨ, ਆਪਣੇ ਕਲੀਗਸ ਦੇ ਖਿਲਾਫ ਕਰਨ ਨੂੰ ਤਿਆਰ ਹਾਂ ਔਰ ਇੰਨੀ ਫੇਅਰ ਕਰਾਂਗਾ ਕਿ ਆਈ ਵਿਲ ਕੀਪ ਇਟ ਇਨ ਪਬਲਿਕ ਡੋਮੇਨ, ਜਿਹੜਾ ਮਰਜ਼ੀ ਕੁਐਸਚਨ ਕਰ ਲਵੇ, ਗਲਤੀ ਕੱਢ ਦੇਵੇ ਮੇਰੀ ਇਨਵੈਸਟੀਗੇਸ਼ਨ ਤੇ, ਆਈ ਸਟੈਂਡ ਬਾਈ ਇਟ। ਕੋਈ ਨਹੀਂ ਕਰ ਸਕਦਾ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਕਲੀਗਸ ਨੂੰ ਹਰ ਕੀਮਤ ਤੇ ਬਚਾਓਗੇ, ਨਹੀਂ ਤਾਂ ਉਹ ਤੁਹਾਡੇ ਚਿੱਠੇ ਖੋਲ ਦੇਣਗੇ। ਸੋ ਇਟਸ ਅ ਕੇਸ ਕਿ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰਸ। ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਜਦੋਂ ਪਬਲਿਕ ਦਾ ਹੀ ਪੁਲਿਸ ਤੇ ਫੇਥ ਉੱਠ ਗਿਆ, ਨੈਚੁਰਲੀ ਵੀ ਆਰ ਹੈਡਿੰਗ ਫॉर ਅ ਬਿਗ ਟਰਬਲ। ਐਂਡ ਜਿਹੜੇ ਆ ਪੂਲਾ ਵਾਲਾ ਇਨਸੀਡੈਂਟ ਹੈ ਜਾਂ ਜਟਾਨਾ ਫੈਮਿਲੀ ਦਾ ਮੁੱਦਾ ਉੱਠਿਆ, ਤੁਸੀਂ ਇਹ ਦੇਖੋ ਕਦੋਂ ਦਾ ਇਹ ਇਸ਼ੂ ਹੋਇਆ। ਹੁਣ ਇੱਕ 5 ਸਾਲ ਦੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ, ਜਿਹਨੇ 5 ਸਾਲ ਦੇ ਬੱਚੇ ਨੂੰ ਮਰਦੇ ਦੇਖ ਲਿਆ, ਉਹਦਾ ਅਸਰ ਕਿੱਥੇ ਜਾਂਦਾ ਹੈ? ਜਿਹੜੇ ਉਸ ਏਰੀਆ ਦੇ ਵਿੱਚ ਲੋਕ ਰਹਿੰਦੇ ਹੈ ਉਹ ਕਹਿਣਗੇ ਜੀ ਪੰਜਾਬ ਰਹਿਣ ਜੋਗਰਾ ਨਹੀਂ ਬਚਿਆ, ਪੰਜਾਬ ਦੇ ਵਿੱਚ ਸਾਡਾ ਯੂਥ ਜਿਹੜਾ ਹੈ ਉਹ ਬਰਬਾਦ ਹੋ ਜਾਊਗਾ, ਮਿਸਗਾਈਡ ਹੋ ਜਾਊਗਾ ਜਾਂ ਕਿਸੇ ਤਸ਼ੱਦਦ ਦਾ ਸ਼ਿਕਾਰ ਹੋ ਜਾਊਗਾ। ਜਿਸ ਦਿਨ ਕੋਈ ਦਲੇਰੀ ਨਾਲ ਔਰ ਹਿੰਮਤ ਨਾਲ ਪੰਜਾਬ ਦਾ ਵਾਈਟ ਪੇਪਰ ਲਿਖੇਗਾ, ਜੇ ਅਸੀਂ ਡਰੱਗਸ ਦੀ ਗੱਲ ਕਰਦੇ ਹਾਂ, ਗੈਂਗਸਟਰਸ ਦੀ ਗੱਲ ਕਰਦੇ ਹਾਂ, ਇਹ ਸਾਰਾ ਉੱਥੋਂ ਸ਼ੁਰੂ ਹੋ ਕੇ ਆ ਰਿਹਾ ਹੈ। ਐਂਡ ਆਈ ਥਿੰਕ ਜਦ ਤੱਕ ਅਸੀਂ ਇਹਨਾਂ ਜ਼ਖਮਾਂ ਨੂੰ ਚੰਗੀ ਤਰ੍ਹਾਂ ਸਮਝਾਂਗੇ ਨਹੀਂ, ਮਲਮ ਨਹੀਂ ਲਗਾਵਾਂਗੇ, ਇਹ ਪ੍ਰੋਬਲਮ ਚੱਲਦੀਆਂ ਰਹਿਣੀਆਂ, ਕਿਸੇ ਨਾ ਕਿਸੇ ਮੂਡ ਤੇ ਆਉਂਦੀਆਂ ਰਹਿਣਗੀਆਂ। ਬਿਲਕੁਲ ਠੀਕ ਗੱਲ ਹੈ। ਔਰ ਗਵਰਨਮੈਂਟ ਅੱਜ ਚਾਹਵੇ, ਮੈਂ ਫਿਰ ਉੱਥੇ ਹੀ ਕੰਕਲੂਡ ਇੱਕ ਚੀਜ਼ ਇਹਨਾਂ ਲਈ ਕਰਦਾ, ਲੈਟ them ਸਟਾਰਟ ਅ ਪ੍ਰੋਸੈਸ ਜਿੱਥੇ ਕੋਈ ਕੰਪਲੇਂਟ ਨੂੰ ਪਬਲਿਕ ਕਰਨ ਦਾ ਔਰ ਕੰਪਲੇਂਟ ਦੇ ਉੱਤੇ ਐਕਸ਼ਨ ਨੂੰ ਪਬਲਿਕ ਕਰਨ ਦਾ ਇਹ ਸਿਸਟਮ ਸ਼ੁਰੂ ਕਰ ਦੇਣ। ਤੁਸੀਂ ਦੇਖੋ ਉਸ ਚੀਜ਼ ਦੇ ਨਾਲ ਕੀ ਫਰਕ ਪੈਂਦਾ। ਫॉर द ਰੀਜ਼ਨ, ਅੱਜ ਮੰਨ ਲਓ ਮੈਂ ਐਜ਼ ਅ ਲਾਇਰ ਹੀ ਰਿਪਰੈਜ਼ੈਂਟ ਕਰਨਾ ਹੈ, ਮੈਨੂੰ ਕੀ ਪਤਾ ਕਿਹੜੇ ਆਈਪੀਐਸ ਆਫੀਸਰ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਨੇ। ਉਸ ਚੀਜ਼ ਨੂੰ ਦੱਬਣ ਦੀ ਜਗ੍ਹਾ ਜਦੋਂ ਤੁਸੀਂ ਪਬਲਿਕ ਕਰ ਦਿਓਗੇ, ਕੋਈ ਵੀ ਇਨਸਾਨ, ਕੋਈ ਵੀ ਪ੍ਰੈਸ ਵਾਲਾ ਹੋਵੇ, ਕੋਈ ਸਿਵਿਲੀਅਨ ਹੋਵੇ, ਕੋਈ ਲਾਇਰ ਹੋਵੇ, ਉਹ ਪੋਰਟਲ ਤੋਂ ਪਬਲਿਕਲੀ ਕੰਪਲੇਂਟਸ ਡਾਊਨਲੋਡ ਕਰ ਸਕਦਾ ਹੈ, ਦੱਸ ਸਕਦਾ ਹੈ। ਸੋ ਕੋਰਟ ਨੂੰ ਵੀ ਡਿਸਾਈਡ ਕਰਨ 'ਚ ਇੱਕ ਆਸਾਨੀ ਰਹੂਗੀ ਕਿ ਵੀ ਇਹ ਆਫੀਸਰ ਨੂੰ ਇਨਵੈਸਟੀਗੇਸ਼ਨ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਐਂਡ ਜਦੋਂ ਪਬਲਿਕ ਹੋਣਾ ਸ਼ੁਰੂ ਹੋ ਜਾਏਗਾ, ਉਹਨਾਂ ਵਿੱਚ ਵੀ ਇੱਕ ਡਿਫਰੈਂਟ ਇੱਕ ਡਰ ਪੈਦਾ ਹੋਊਗਾ। ਔਰ ਜਿਹੜੇ ਨਵੇਂ ਆਣਗੇ ਐਟਲੀਸਟ ਉਹ ਕੋਸ਼ਿਸ਼ ਕਰਨਗੇ ਸਾਡਾ ਕਰੀਅਰ ਨੂੰ ਦਾਗੀ ਨਾ ਹੋਏ। ਐਬਸੋਲੂਟਲੀ ਦੈਟ ਇਜ਼ ਵਾਟ ਇਜ਼ ਨੀਡਡ। ਇਹ ਜ਼ਰੂਰ ਗੱਲ ਨਿਕਲ ਕੇ ਆਣੀ ਚਾਹੀਦੀ ਹੈ। ਔਰ ਬਾਕੀ ਜੋ SYL ਦਾ ਮੁੱਦਾ ਇਸ ਟਾਈਮ ਨਿਕਲ ਕੇ ਆ ਰਿਹਾ, ਆਈ ਥਿੰਕ ਕਿਸਾਨੀ ਸੰਘਰਸ਼ ਤੋਂ ਸਿੱਖਣਾ ਚਾਹੀਦਾ ਹੈ ਕਿ ਜੋ ਸ਼ਾਂਤੀ ਨਾਲ ਗੱਲ ਨਿਕਲੀ ਜਿੱਤਾ ਸਕਦੀ ਹੈ, ਉਹ ਇੰਨੇ ਹਥਿਆਰ ਕਿਉਂਕਿ ਨਾ ਆਈ ਹੈ ਨਾ ਆਏਗੀ। ਸੋ I know people say ਕਿ ਅਸੀਂ ਮੈਂ ਕਾਫੀ ਸ਼ਾਂਤ ਰਹਿੰਦੀ ਹਾਂ, ਮੈਂ ਦੋਨੋਂ ਸਾਈਡ ਦੇਖਣ ਦੀ ਕੋਸ਼ਿਸ਼ ਕਰਦੀ ਹਾਂ, ਗਾਲਾਂ ਵੀ ਖਾਂਦੀ ਹਾਂ ਇਸ ਗੱਲ ਤੇ, ਬਟ ਵੀ ਆਈ ਥਿੰਕ ਤੁਸੀਂ ਵੀ ਦੇਖਿਆ ਵਿਕਟਮਸ ਨਾਲ ਰਹਿ ਕੇ ਜਿਹੜਾ ਅਸਰ ਦੇਖਿਆ ਹੈ, ਉਹ ਫਿਰ ਜਿਹੜੇ ਸਭ ਭੁਲਾ ਦਿੰਦੇ, ਵਿਕਟਮ ਨੂੰ ਜਿਹੜਾ ਫੈਮਿਲੀ ਨੂੰ ਸਭ ਭੁਲਾ ਦਿੰਦੇ, ਉਹ ਜਿਹੜਾ ਦਰਦ ਹੈ ਨਾ ਉਹ ਹੋਰ ਵੀ ਮਾੜਾ ਹੁੰਦਾ ਹੈ। ਵਿਕਟਮਸ ਦੀ ਤਾਂ ਹਾਲਤ ਦਾ ਸਭ ਤੋਂ ਵੱਡਾ ਸਾਈਡ ਇਫੈਕਟ ਇਹ ਹੁੰਦਾ, ਦੂਜਿਆਂ ਨੂੰ ਡੀਮੋਰਲਾਈਜ਼ ਬਹੁਤ ਕਰ ਦਿੰਦਾ ਹੈ। ਮਾਈ ਐਕਸਪੀਰੀਅੰਸ ਇਜ਼ ਜਦੋਂ ਇੱਕ ਜਾਣਾ ਐਂ ਟੁੱਟ ਜਾਂਦਾ ਹੈ, ਇੱਕ ਫੈਮਿਲੀ ਬਰਬਾਦ ਹੋ ਜਾਂਦੀ ਹੈ, ਉਹ ਇੱਕ ਐਗਜ਼ਾਮਪਲ ਪੁਲਿਸ ਵਾਲੇ ਦੀ ਦਹਿਸ਼ਤ ਦੀ ਬਣ ਜਾਂਦੀ ਹੈ ਕਿ ਆਵਾਜ਼ ਨਾ ਚੁੱਕੋ, ਅਸੀਂ ਵੀ ਬਰਬਾਦ ਹੋ ਜਾਵਾਂਗੇ। ਔਰ ਉਹ ਇੱਕ ਬਹੁਤ ਗਲਤ ਐਗਜ਼ਾਮਪਲ ਸੈੱਟ ਹੋ ਕੇ ਅੱਗੇ ਵੱਧਦੀ ਹੈ। ਅਸੀਂ ਆਪਣੇ ਗੁਰੂਆਂ ਦਾ ਰਾਹ ਭੁੱਲ ਜਾਂਦੇ ਹਾਂ, ਅਸੀਂ ਨਿਡਰਤਾ ਭੁੱਲ ਜਾਂਦੇ ਹਾਂ, ਅਸੀਂ ਇਨਸਾਫ ਲਈ ਲੜਨਾ ਭੁੱਲ ਜਾਂਦੇ ਹਾਂ। ਔਰ ਮੈਂ ਤਾਂ ਸ਼ੁਰੂ ਤੋਂ ਇਹੀ ਕਹਿਣਾ ਕਿ ਬਿਨਾਂ ਡਰੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ, ਤਾਂ ਕਿ ਵਰਦੀ ਵਾਲਿਆਂ ਨੂੰ ਉਹਨਾਂ ਦੇ ਫਰਜ਼ ਯਾਦ ਕਰਾਈਏ, ਡਰ ਕੇ ਪਿੱਛੇ ਹਟਣ ਦੀ ਜਗ੍ਹਾ ਆਪਣੇ ਗੁਰੂਆਂ ਦਾ ਦਿੱਤਾ ਰਾਹ ਯਾਦ ਕਰਾਈਏ ਔਰ ਇਹਨਾਂ ਨੂੰ ਕਹੀਏ ਕਿ ਆਪਣਾ ਫਰਜ਼ ਨਿਭਾਉਣ। ਇਹ ਸਾਡੇ ਤੇ ਹੈ, ਮਤਲਬ ਇਹ ਲੜਾਈ ਲੜਨਾ, ਇਨਸਾਫ ਲਈ ਇੱਕ ਜਜ਼ਬਾ ਕ੍ਰੀਏਟ ਕਰਕੇ ਉਸ ਚੀਜ਼ ਨੂੰ ਮੇਨਟੇਨ ਕਰਨਾ। आई थिंक मैं इस तो बात कुछ कहना नहीं चाहूँगी। सो यू तुसी बड़ी अच्छी तरह समअप करता है। सो थैंक यू सर ना जुड़ने लिए और इस मुद्दे ते रोशनी पाने। थैंक यू सो मच।